पर असल च ना जी जिहड़ी हुण मॉडर्न खेती है ਇਹਦੇ ਵਿੱਚ ਲਾਲਚ ਭਾਰੂ ਹੈ। ਹੁਣ ਜਿਹੜਾ ਕਿਸਾਨ ਜਿਸ ਨੂੰ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅੰਨਦਾਤਾ ਨਹੀਂ ਰਿਹਾ। ਕਿਸਾਨ ਵੀ ਇੱਕ ਵਪਾਰੀ ਹੈ ਕਿ ਜਿਹੜੇ ਛੋਟੇ ਕਿਸਾਨ ਹੈ ਉਹ ਰਲ ਕੇ ਟਰੈਕਟਰ ਲੈਣ। ਤੇ ਮੇਰੀ ਅਪੀਲ ਹੈ ਕਿ ਜਿਹੜੇ ਮਾਲਕੀ ਵਾਲੇ ਕਿਸਾਨ ਹੈ, ਮਾਲਕੀ ਤੋਂ ਮਤਲਬ ਕਿ ਜਿਹੜੇ ਆਪਦੀ ਜ਼ਮੀਨ ਉੱਪਰ ਖੇਤੀ ਕਰਦੇ ਆ, ਘੱਟੋ ਘੱਟ ਉਹ ਵਿਅਕਤੀ ਤਾਂ ਅੱਗ ਲਾਉਣ ਤੋਂ ਗੁਰੇਜ਼ ਕਰਨ। ਜੇ ਅਸੀਂ ਅੱਗ ਨਾ ਲਾਵਾਂਗੇ এনवायरमेंट ਸਾਫ਼ ਰਹੂ, ਬਿਮਾਰੀਆਂ ਘੱਟ ਲੱਗਣਗੀਆਂ। ਤੇ ਹਸਪਤਾਲ ਦੇਖੋ, ਤੁਸੀਂ ਕਿਸੇ ਹਸਪਤਾਲ ਚਲੇ ਜਾਓ, ਭਰੇ ਪਏ ਹਸਪਤਾਲ। ਜੇ ਹੁਣ 2 ਕਿੱਲੇ ਵਾਲਾ 10 ਕਿੱਲੇ ਵਾਲਿਆਂ ਦੀ ਰੀਸ ਕਰੂਗਾ ਤਾਂ ਤੁਹਾਡੇ ਸਿਰ ਕੁਦਰਤੀ ਗੱਲ ਹੈ ਕਰਜ਼ਾ ਤਾਂ ਚੜੂਗਾ, ਉਹਦੇ 'ਚ ਸਰਕਾਰ ਨਹੀਂ ਦੋਸ਼ੀ। ਇੰਨੀ ਮਹਿੰਗੀ ਜਿਹੜੀ ਠੇਕੇ ਤੇ ਜ਼ਮੀਨ ਹੈ ਇੱਕ ਛੋਟੇ ਕਿਸਾਨ, ਇਹ ਛੋਟੇ ਕਿਸਾਨ ਦੀ ਵਿਚਾਰੇ ਦੀ ਸਮੱਸਿਆ ਇਹ ਹੈ ਕਿ ਉਹ ਨਾ ਆਪਣਾ ਜ਼ਿਮੀਂਦਾਰਾ ਜੋ ਕਿੱਤਾ ਹੈ ਇਸ ਨੂੰ ਛੱਡਣਾ ਨਹੀਂ ਚਾਹੁੰਦਾ। ਉਸ ਨੂੰ ਇਹ ਕਿੱਤਾ ਛੱਡ ਕੇ ਕੋਈ ਹੋਰ ਕਿੱਤਾ ਅਪਣਾ ਲੈਣਾ ਚਾਹੀਦਾ ਹੈ, ਤਾਂ ਉਹ ਕਿਤੇ ਨਾ ਕਿਤੇ ਖੁਸ਼ਹਾਲ ਹੋ ਸਕਦਾ ਹੈਗਾ। ਬਾਈਫੇਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਮੈਂ ਜਗਮੀਤ ਨੀਟਾ ਤੇ ਸਾਡੇ ਡਾਇਰੈਕਟਰ ਸਾਹਿਬ ਓਪੀ ਬੰਟੂ ਜੀ, ਅਸੀਂ ਦੋਵੇਂ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਤੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਦੇ ਮਸਲੇ ਮਸਾਇਲ ਬਾਰੇ। ਬਹੁਤ ਸਾਰੇ ਕਿਸਾਨੀ ਦੇ ਮਸਲੇ ਮਸਾਇਲ ਹੈ ਜਿਨ੍ਹਾਂ ਦੇ ਕਾਰਨ ਕਿਸਾਨ ਵੀ ਚਿੰਤਤ ਹੈ ਤੇ ਆਮ ਲੋਕ ਵੀ ਚਿੰਤਤ ਨੇ। ਕਿਸਾਨੀ ਦੇ ਮਸਲੇ ਨੇ ਜਿਹੜੇ, ਇਹ ਇੱਕ ਖੇਤਰ ਹੀ ਐਸਾ ਹੈ ਜਿਹਦੇ ਵਿੱਚ ਸਮੱਸਿਆਵਾਂ ਮਸਲੇ ਇਹ ਭਰੇ ਪਏ ਨੇ। ਇਹਨਾਂ ਦਾ ਹੱਲ ਸਰਕਾਰਾਂ ਵੀ ਪਤਾ ਨਹੀਂ ਕਰਨਾ ਚਾਹ ਰਹੀਆਂ ਕਿ ਨਹੀਂ ਕਰਨਾ ਚਾਹ ਰਹੀਆਂ, ਤੇ ਕਿਸਾਨ ਵੀ ਚਾਹ ਰਹੇ ਆ ਵੀ ਇਹਨਾਂ ਦੇ ਹੱਲ ਹੋ ਜਾਣ। ਇਹਨਾਂ ਵਾਸਤੇ ਸੰਘਰਸ਼ ਵੀ ਚੱਲ ਰਹੇ ਆ ਤੇ ਲਗਾਤਾਰ ਸੰਘਰਸ਼ ਹੁੰਦੇ ਆ ਰਹੇ ਆ। ਅਸੀਂ ਅੱਜ ਗੱਲ ਕਰਾਂਗੇ ਕਿਸਾਨੀ ਦੇ ਮਸਲਿਆਂ ਬਾਰੇ ਕਿ ਜਿਹੜਾ ਸਭ ਤੋਂ ਵੱਡਾ ਮਸਲਾ ਅਕਤੂਬਰ ਨਵੰਬਰ ਦੇ ਵਿੱਚ ਆਉਂਦਾ ਪਰਾਲੀ ਦਾ। ਪਰਾਲੀ ਕਿਹਾ ਜਾ ਰਿਹਾ ਕਿ ਪਰਾਲੀ ਸਾੜਨ ਤੋਂ ਬਿਨਾ ਕੋਈ ਹੱਲ ਹੀ ਨਹੀਂ ਹੈਗਾ, ਪਰ ਬਹੁਤ ਸਾਰੇ ਐਸੇ ਕਿਸਾਨ ਹੈਗੇ ਆ ਜਿਹੜੇ ਪਰਾਲੀ ਨਹੀਂ ਵੀ ਸਾੜਦੇ। ਤੇ ਅਗਲਾ ਜਿਹੜਾ ਸਾਡਾ ਮਸਲਾ ਹੋਣਾ ਉਹ ਹੋਣਾ ਇਹ ਜਿਹੜੀ ਪਰਾਲੀ ਦੇ ਨਾਲ ਹੀ ਸੰਬੰਧਿਤ ਹੈ ਕਿ ਬਦਲਵੀਂ ਖੇਤੀ। ਕਿਸਾਨ ਨੂੰ ਅੱਜ ਦਾ ਜਿਹੜਾ ਸਮਾਂ ਹੈ, ਕਿਸਾਨ ਉਹ ਇੱਕ ਰਵਾਇਤੀ ਖੇਤੀ ਦੇ ਵਿੱਚ ਫਸਿਆ ਹੋਇਆ ਹੈ। ਕਣਕ ਬੀਜ ਲਈ, ਝੋਨਾ ਬੀਜ ਲਿਆ, ਇਹ ਚੀਜ਼ਾਂ ਦੇ ਵਿੱਚ ਫਸ ਕੇ ਸਮੱਸਿਆਵਾਂ ਦੇ ਵਿੱਚ ਉਲਝਿਆ ਹੋਇਆ। ਇਹਨਾਂ ਤੋਂ ਨਿਕਲਣ ਲਈ ਜੇਕਰ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਫਿਰ ਸਾਨੂੰ ਤਾਂ ਕੁਛ ਨਾ ਕੁਛ ਕਰਨਾ ਪੈਣਾ ਹੈ। ਅੱਜ ਅਸੀਂ ਇੱਕ ਅਜਿਹੇ ਹੀ ਨੌਜਵਾਨ ਕਿਸਾਨ ਦੇ ਨਾਲ ਤੁਹਾਡੇ ਗੱਲਬਾਤ ਕਰਾਵਾਂਗੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹ ਆਪ ਵੀ ਬੇਬਾਕੀ ਦੇ ਨਾਲ ਬਹੁਤ ਸਾਰੇ ਮਸਲਿਆਂ ਤੇ ਗੱਲ ਰੱਖਦੇ ਆ। ਉਹਨਾਂ ਤੋਂ ਜਾਣਾਂਗੇ ਕਿ ਕਿਸਾਨੀ ਦੇ ਮਸਲੇ ਆ ਜਿਹੜੇ ਪਰਾਲੀ ਦਾ ਮਸਲਾ ਹੈ। ਮੈਂ ਤੁਹਾਨੂੰ ਦੱਸ ਦਿਆਂ ਅੱਗੇ ਗੱਲ ਵਧਾਉਣ ਤੋਂ ਪਹਿਲਾਂ ਕਿ ਇਹ ਜਿਹੜੇ ਕਿਸਾਨ ਨਾਲ ਜਿਸ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਨਾ, ਇਹ ਪਹਿਲਾਂ ਆਪ ਖੇਤੀ ਕਰਦੇ ਨਹੀਂ ਸੀ, ਪਰ ਕਿਸਾਨੀ ਦੇ ਜਦੋਂ ਮਸਲੇ ਵੱਡੇ ਹੁੰਦੇ ਗਏ ਤਾਂ ਕੁਝ ਸਮੇਂ ਤੋਂ ਇਹਨਾਂ ਨੇ ਆਪ ਖੇਤੀ ਕਰਨੀ ਸ਼ੁਰੂ ਕੀਤੀ। ਉਹ ਫਿਰ ਉਹਨਾਂ ਮਸਲਿਆਂ ਨੂੰ ਜਾਣਿਆ ਤੇ ਉਹਨਾਂ ਮਸਲਿਆਂ ਦਾ ਹੱਲ ਵੀ ਆਪ ਹੀ ਲੱਭਿਆ। ਅਸੀਂ ਅੱਜ ਇਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਜਾਣਾਂਗੇ, ਇਹਨਾਂ ਦੇ ਤਜਰਬੇ ਬਾਰੇ ਜਾਣਾਂਗੇ। ਆਓ ਗੱਲ ਕਰਦੇ ਹਾਂ ਅਗਾਂਹ ਵਧੂ ਕਿਸਾਨ ਪ੍ਰਗਟ ਬਰਾੜ ਜੀ ਦੇ ਨਾਲ। ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿਸਾਨੀ ਦੇ ਕਿਹੜੇ ਮਸਲੇ ਆ ਤੇ ਇਹਨਾਂ ਮਸਲਿਆਂ ਦਾ ਸੱਚੀ ਕੋਈ ਹੱਲ ਹੈਗਾ ਕਿ ਨਹੀਂ ਹੈਗਾ, ਇਹਨਾਂ ਨੇ ਜਿਹੜੇ ਹੱਲ ਕੀਤੇ ਉਹ ਕੀ ਕੀਤੇ ਆ। ਆਓ ਗੱਲ ਕਰਦੇ ਹਾਂ ਪ੍ਰਗਟ ਬਰਾੜ ਜੀ ਦੇ ਨਾਲ। ਪ੍ਰਗਟ ਜੀ, ਬਹੁਤ ਸਵਾਗਤ ਹੈ ਤੁਹਾਡਾ ਬਾਈਫੇਸ ਚੈਨਲ ਤੇ। ਤੁਹਾਡਾ ਵੀ ਬਹੁਤ ਸਵਾਗਤ ਜੀ ਬਾਈਫੇਸ ਚੈਨਲ ਦੀ ਪੂਰੀ ਟੀਮ ਦਾ, ਜੋ ਤੁਸੀਂ ਆਏ ਇੱਥੇ ਮੈਨੂੰ ਸਮਾਂ ਦਿੱਤਾ ਤੇ ਤਾਂ ਜੋ ਕਿ ਮੈਂ ਆਪਣੇ ਵਿਚਾਰ ਹੈ ਸਾਰੇ ਜਨਤਾ ਦੇ ਸਾਹਮਣੇ ਰੱਖ ਸਕਾਂ। ਪ੍ਰਗਟ ਜੀ, ਪਹਿਲਾਂ ਤਾਂ ਤੁਸੀਂ, ਮੈਂ ਜਿਵੇਂ ਜ਼ਿਕਰ ਕੀਤਾ ਸੀ ਕਿ ਤੁਸੀਂ ਆਪ ਖੇਤੀ ਕਰਦੇ ਨਹੀਂ ਸੀ ਪਹਿਲਾਂ। ਹਾਂਜੀ ਤੇ ਥੋੜਾ ਸਮਾਂ ਹੀ ਹੋਇਆ ਵੀ ਤੁਸੀਂ ਖੇਤੀ ਪਿਛਲੇ 2 ਸਾਲਾਂ ਤੋਂ ਹੀ ਸ਼ੁਰੂ ਕੀਤੀ ਹੈ ਖੇਤੀ। ਤੇ ਕੀ ਸਮੱਸਿਆਵਾਂ ਜਿਹੜੀਆਂ ਤੁਸੀਂ ਆਪ ਖੇਤੀ ਕਰਕੇ ਸਾਹਮਣਾ ਕੀਤਾ ਤੇ ਫਿਰ ਉਹਨਾਂ ਦੇ ਹੱਲ ਕੀ ਲੱਭੇ? ਜਿਵੇਂ ਸਭ ਤੋਂ ਵੱਡਾ ਸਾਡਾ ਨਾ ਹੈਗਾ ਪਰਾਲੀ ਦਾ ਮਸਲਾ ਹੈ ਨਾ, ਇਹਦੇ ਬਾਰੇ ਤੁਸੀਂ ਦੱਸੋ ਕਿ ਵੀ ਪਰਾਲੀ ਨੂੰ ਸਾੜਨ ਦਾ ਸੱਚੀ ਕੋਈ ਹੱਲ ਨਹੀਂ ਹੈਗਾ ਸਾੜੇ ਬਿਨਾਂ? ਅਸਲ 'ਚ ਨਾ ਜੀ, ਮੈਂ ਵੀ ਜਦੋਂ ਖੇਤੀ ਨਹੀਂ ਕਰਦਾ ਹੁੰਦਾ ਸੀ ਤੇ ਮੇਰਾ ਪਹਿਲਾਂ ਤੋਂ ਇਹ ਧਾਰਨਾ ਹੈ ਕਿ ਇਹ ਜਿਹੜੀ ਧਰਤੀ ਹੈ ਇੱਕ ਬਹੁਤ ਹੀ ਸੁੰਦਰ ਗ੍ਰਹਿ ਹੈ ਤੇ ਇਹਦਾ ਜਿੰਨਾ ਅਸੀਂ ਦੇਖ ਰੇਖ ਵਧੀਆ ਤਰੀਕੇ ਨਾਲ ਕਰ ਸਕੀਏ ਸਾਨੂੰ ਕਰਨੀ ਚਾਹੀਦੀ ਹੈ। ਪ੍ਰਦੂਸ਼ਣ ਫੈਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਤੇ ਸੱਥਾਂ 'ਚ ਆਮ ਚਰਚਾ ਹੁੰਦੀ ਸੀ ਕਿ ਜਿਹੜੀ ਪਰਾਲੀ ਹੈ ਇਸ ਦਾ ਲਾਣ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਇਹਦਾ ਸਾੜੇ ਬਿਨਾਂ ਕਿਸਾਨ ਕੋਲੇ ਕੋਈ ਹੱਲ ਨਹੀਂ। ਦੇਖੋ, ਬਿਲਕੁਲ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕਿਸਾਨ ਪੂਰੀ ਤਰ੍ਹਾਂ ਕਿਸਾਨ ਹੀ ਦੋਸ਼ੀ ਹੈ ਇਸ ਦੇ ਵਿੱਚ।
ਇਸ ਦਾ ਹੱਲ ਹੈ, ਪਰ ਅਸਲ 'ਚ ਨਾ ਜੀ ਜਿਹੜੀ ਹੁਣ ਮਾਡਰਨ ਖੇਤੀ ਹੈ ਇਹਦੇ ਵਿੱਚ ਲਾਲਚ ਭਾਰੂ ਹੈ। ਕਹਿਣ ਤੋਂ ਮਤਲਬ ਕਿ ਮੁਨਾਫਾ ਹੈ ਜਿਹੜਾ, ਹੁਣ ਜਿਹੜਾ ਕਿਸਾਨ ਜਿਸ ਨੂੰ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅੰਨਦਾਤਾ ਨਹੀਂ ਰਿਹਾ, ਕਿਸਾਨ ਵੀ ਇੱਕ ਵਪਾਰੀ ਹੈ। ਇਹ ਗੱਲ ਨੂੰ ਸਾਨੂੰ ਸਮਝਣਾ ਪਊਗਾ, ਸਾਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ ਕਿ ਅਸੀਂ ਵਪਾਰੀ ਹਾਂ ਤੇ ਵਪਾਰੀ ਦਾ ਮੁੱਖ ਮਕਸਦ ਮੁਨਾਫਾ ਹੁੰਦਾ ਹੈ। ਤੇ ਜਿਹੜੀ ਪਰਾਲੀ ਹੈ ਇਹਨੂੰ ਸਾੜਨ ਦੇ ਕੁਛ ਨਹੀਂ ਲੱਗਦਾ, ਇੱਕ ਤੀਲੀ ਹੈ ਤੁਸੀਂ ਉਹ ਲਾਉਣੀ ਹੈ ਤੇ ਇਹ ਮੇਰੇ ਹਿਸਾਬ ਨਾਲ 15 ਤੋਂ 20 ਮਿੰਟ ਦੇ ਵਿੱਚ ਨਸ਼ਟ ਹੋ ਜਾਂਦੀ ਹੈਗੀ। ਤੇ ਜੇ ਅਸੀਂ ਸੰਭਾਲ ਕਰਨੀ ਹੈ ਤਾਂ ਇਹਦੇ ਲਈ ਸਾਨੂੰ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ ਤੇ ਜੇਬ ਦੇ ਵਿੱਚੋਂ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈਗਾ। ਤੁਹਾਡੇ ਕੋਲੇ ਆਧੁਨਿਕ ਤਰੀਕੇ ਦੇ ਸੰਦ ਹੋਣੇ ਚਾਹੀਦੇ ਹੈ, ਵੱਡੇ ਟਰੈਕਟਰ ਹੋਣੇ ਚਾਹੀਦੇ ਹੈ, ਜੋ ਕਿ ਸਾਡੇ ਹਰ ਇੱਕ ਜ਼ਿਮੀਂਦਾਰ ਕੋਲੇ ਨਹੀਂ। ਪਰ ਇਸ ਦੇ ਲਈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਸ ਦਾ ਹੱਲ ਨਹੀਂ ਹੋ ਸਕਦਾ, ਛੋਟਾ ਜ਼ਿਮੀਂਦਾਰ ਵੀ ਇਹਦਾ ਹੱਲ ਕਰ ਸਕਦਾ ਹੈ। ਤੇ ਉਸ ਦੇ ਲਈ ਸਾਨੂੰ ਏਕੇ ਦੀ ਬੜੀ ਜ਼ਰੂਰਤ ਹੈ, ਜੋ ਕਿ ਸਾਡੇ ਸਮਾਜ ਦੇ ਵਿੱਚ ਬਿਲਕੁਲ ਨਹੀਂ ਹੁੰਦਾਗਾ। ਇਕੱਲੇ ਕਿਸਾਨਾਂ ਦੇ ਵਿੱਚ ਨਹੀਂ, ਮੈਂ ਸਮਝਦਾ ਸਮਾਜ ਦੇ ਵਿੱਚ ਸਾਡੇ ਦੇ ਵਿੱਚ ਏਕੇ ਦੀ ਭਾਰੀ ਕਮੀ ਹੈ। ਵਪਾਰੀ ਵਰਗ ਦੇ ਵਿੱਚ ਵੀ ਕੋਈ ਏਕਾ ਨਹੀਂਗਾ, ਕਿਸੇ ਵੀ ਵਰਗ ਦੇ ਵਿੱਚ ਏਕਾ ਨਹੀਂਗਾ। ਕਿਸੇ ਵੀ ਕੰਮ ਨੂੰ ਜੇ ਤੁਸੀਂ ਸਮੱਸਿਆ ਨੂੰ ਸੁਲਝਾਉਣਾ ਤਾਂ ਤੁਹਾਨੂੰ ਏਕੇ ਦੀ ਬੜੀ ਜ਼ਰੂਰਤ ਹੈ। ਜੇ ਤੁਸੀਂ ਆਰਥਿਕ ਤੌਰ ਤੇ ਕਮਜ਼ੋਰ ਹੋ ਤਾਂ ਤੁਹਾਨੂੰ ਏਕਾ ਵਿਖਾਉਣਾ ਚਾਹੀਦਾ ਹੈ। ਉਸ ਗੱਲ ਤੋਂ ਮੇਰਾ ਮਤਲਬ ਇਹ ਹੈ ਕਿ ਜਿਹੜੇ ਛੋਟੇ ਕਿਸਾਨ ਹੈ ਉਹ ਰਲ ਕੇ ਟਰੈਕਟਰ ਲੈਣ, ਠੀਕ ਹੈ ਕਿ ਨਹੀਂ। ਆਮ ਆਪਾਂ ਕਹਿੰਦੇ ਆ ਕਿ ਸਾਨੂੰ ਹੁਣ ਮੁੱਦਾ ਚੱਲ ਰਿਹਾ ਕਿ ਵਪਾਰੀ ਵਰਗ ਹੈ ਉਹ ਸਾਨੂੰ ਲੁੱਟ ਰਿਹਾ ਹੈਗਾ, ਅਦਾਨੀ ਅੰਬਾਨੀ ਵੱਡੇ ਕਾਰਪੋਰੇਟ ਜਗਤ ਹੈ ਉਹ ਸਾਨੂੰ ਲੁੱਟ ਰਹੇ ਹੈ। ਦੇਖੋ ਜਿਹੜੇ ਕਾਰਪੋਰੇਟ ਘਰਾਣੇ ਹੈ ਮੇਰੇ ਹਿਸਾਬ ਨਾਲ ਜਿਹੜੇ ਉਹ ਗਿਣਤੀ ਮਿਹਨਤੀ ਦੇ ਵਰਲਡ ਦੇ ਵਿੱਚ ਵੱਧ ਤੋਂ ਵੱਧ 500 ਆਦਮੀ ਹੋਊਗਾ ਕਿ ਜਿਹੜਾ ਸੰਸਾਰ ਨੂੰ ਚਲਾ ਰਿਹਾ। ਉਹ ਇੱਕ ਹੈ ਆਪਦੇ ਮਸਲੇ ਤੇ, ਉਹਨਾਂ ਦੇ ਵਪਾਰ ਵੰਡੇ ਪਏ ਆ ਕਿ ਫਲਾਣੇ ਵਪਾਰ ਦੇ ਵਿੱਚ ਤੇਰੀ ਸੈਟਿੰਗ ਹੈ, ਫਲਾਣੇ 'ਚ ਮੇਰੀ ਹੈ, ਇੱਕ ਦੂਸਰੇ ਨੂੰ ਸਪੋਰਟ ਕਰਦੇ ਆ। ਪਰ ਅਸੀਂ ਜਿਹੜੇ ਆਪਣੇ ਆਪ ਨੂੰ ਇਹ ਵੀ ਕਹਿੰਦੇ ਕਿ ਕਮਜ਼ੋਰ ਹੈ, ਗਰੀਬ ਹੈ, ਅਸੀਂ ਇੱਕ ਨਹੀਂ। ਜਦੋਂ ਅਸੀਂ ਇੱਕ ਨਹੀਂ ਤਾਂ ਫਿਰ ਉਹਦੀ ਸਾਨੂੰ ਸਜ਼ਾ ਤਾਂ ਭੁਗਤਣੀ ਪਊਗੀ, ਠੀਕ ਹੈ ਕਿ ਨਹੀਂ। ਉਹਦੇ ਨੁਕਸਾਨ ਸਾਨੂੰ ਹੀ ਹੋਣੇ ਹੈ ਜੀ। ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸਾਨਾਂ ਨੂੰ, ਜਿਹੜੇ ਛੋਟੇ ਕਿਸਾਨ ਹੈ ਇਹਨਾਂ ਨੂੰ ਏਕੇ ਦੀ ਲੋੜ ਹੈ ਕਿ ਜ਼ਿਆਦਾ ਮਹਿੰਗੇ ਸੰਦੇ ਜੇ ਖੁਦ ਨਹੀਂ ਲੈ ਸਕਦੇ ਤਾਂ ਉਹ 5-5 4-4 ਘਰ ਰਲ ਕੇ ਇੱਕ ਟਰੈਕਟਰ ਰੱਖਣ ਤਾਂ ਕਿ ਸਾਡੇ ਤੇ ਕੋਈ ਬਹੁਤਾ ਬੋਝ ਨਾ ਪਵੇ। ਤੇ ਹੁਣ ਦੇਖੋ ਜੀ ਮੇਰੇ ਕੋਲੇ ਵੀ ਜ਼ਮੀਨ, ਮੈਂ ਇੱਥੇ 11 ਕਿੱਲੇ ਜ਼ਮੀਨ ਹੈਗੀ, ਇਸ ਦੀਆਂ ਮੈਂ ਆਪਣੇ ਜੋ ਫੈਕਟਰੀ ਬਣੀ ਹੈਗੀ ਆ ਸਾਹਮਣੇ ਦਿਸ ਹੀ ਰਹੀ ਹੈਗੀ ਸੇਡਾ ਸਿੰਘ ਵਾਲੇ, ਤੇ ਉਹ ਬਣਵਾਈਆਂ ਉਹਦੀਆਂ ਗੱਠਾਂ ਬਣਵਾਈਆਂ ਗਈਆਂ ਤੇ ਉਸ ਤੋਂ ਬਾਅਦ ਜ਼ੀਰੋ ਡਰਿਲ ਨਾਲ ਬਿਨਾਂ ਅੱਗ ਲਾਏ ਤੋਂ ਬੀਜੀ ਹੈ। ਤੁਸੀਂ ਸਾਰਾ ਏਰੀਆ ਦੇਖ ਲਓ, ਆਸੇ ਪਾਸੇ ਸਾਰੇ ਕਿਤੇ ਅੱਗ ਲੱਗੀ ਹੋਈ ਹੈ। ਇਹ ਨਹੀਂ ਕਿ ਇਹ ਕਿਸਾਨ ਨਹੀਂ ਕਰ ਸਕਦੇ ਸੀ, ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਵਾਰ ਮੇਰੇ ਕੋਲ ਵੀ ਜਦੋਂ ਮੇਰੇ ਖੇਤ ਦੇ ਵਿੱਚ ਉਹ ਬਣਾ ਰਹੇ ਸੀ, ਪਹਿਲਾਂ ਲਾਈਨਾਂ ਬਣਾਉਂਦੀ ਹੈ ਮਸ਼ੀਨ ਇੱਕ ਪਰਾਲੀ ਨੂੰ ਇਕੱਠੀ ਕਰਕੇ, ਤੇ ਉਸ ਤੋਂ ਬਾਅਦ ਉਹ ਗੱਠਾਂ ਬਣਾਉਣ ਵਾਲੀ ਮਸ਼ੀਨ ਆਉਂਦੀ ਹੈ। 3 ਪ੍ਰੋਸੈਸ ਹੁੰਦੇ ਹੈਗੇ ਇਸ ਦੇ ਵਿੱਚ। ਪਹਿਲੇ ਪ੍ਰੋਸੈਸ ਦੇ ਵਿੱਚ ਕਿਸਾਨ ਜਾਂ ਉਹ ਖੁਦ ਹੀ ਟਰੈਕਟਰ ਨਾਲ ਰੀਪਰ ਮਾਰਦੇ ਆ, ਜਾਣੀ ਕਿ ਜੋ ਕਰਚੇ ਖੜੇ ਹੁੰਦੇ ਆ ਇਹਨਾਂ ਨੂੰ ਕੱਟਦੇ ਆ। ਫਿਰ ਦੂਸਰੀ ਮਸ਼ੀਨ ਆਉਂਦੀ ਹੈ, ਉਹਨਾਂ ਦੀ ਲਾਈਨਾਂ ਬਣਾਉਂਦੀ ਹੈ, ਉਹ ਮੇਰੇ ਉਸ ਖੇਤ ਦੇ ਵਿੱਚ ਬਣਾਈਆਂ ਪਈਆਂ, ਤੇ ਫਿਰ ਉਹ ਮਸ਼ੀਨ ਆ ਕੇ ਉਸ ਦੀਆਂ ਗੱਠਾਂ ਬਣਾਉਂਦੀ ਹੈ ਤੇ ਉਸ ਤੋਂ ਬਾਅਦ ਉਹ ਚੱਕ ਕੇ ਜਾਂਦੇ ਹੈਗੇ। ਜਿਆਦਾ ਇੱਥੇ ਆ ਰਹੀ ਸੀ ਮਸ਼ੀਨ ਮੇਰੇ ਖਿਆਲ 'ਚ ਇੱਧਰ ਸਾਡੇ ਏਰੀਏ ਦੇ ਵਿੱਚ ਪਹਿਲੀ ਵਾਰ ਮੇਰੇ ਖੇਤ ਦੇ ਵਿੱਚ ਹੀ ਆਈ ਮਸ਼ੀਨ, ਤੇ ਬਹੁਤ ਕਿਸਾਨ ਆਏ ਕਿਉਂਕਿ ਕੁਛ ਤਾਂ ਹੁਣ ਪ੍ਰੈਸ਼ਰ ਹੈ, ਮੋਦੀ ਨੇ ਨਵੇਂ ਆਰਡੀਨੈਂਸ ਲਿਆਂਦੇ ਆ ਕਿ ਸਜ਼ਾ 5 ਸਾਲ ਦੀ ਤੇ 1 ਕਰੋੜ ਰੁਪਏ ਜੁਰਮਾਨਾ। ਬਹੁਤ ਲੋਕ ਇਸ ਗੱਲ ਤੋਂ ਡਰਦੇ ਹੁੰਦੇ ਆ ਕਿ ਸਰਕਾਰ ਦਾ ਕੀ ਪਤਾ ਕਦੋਂ ਕੋਈ FIR ਵਗੈਰਾ ਦੇ ਦੇ। ਪਰ ਕਿਸਾਨਾਂ ਦੀ ਵਿਚਾਰਿਆਂ ਦੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਇਹ ਨਾ ਹੁਣ ਜਿਹੜਾ ਪਾਣੀ ਲੱਗਿਆ ਹੁੰਦਾ ਝੋਨਾ ਕੱਟਣ ਤੋਂ ਪਹਿਲਾਂ ਸਾਡਾ ਲੱਗਿਆ ਹੁੰਦਾ 10 ਦਿਨ ਪਹਿਲਾਂ ਦਾ, ਯਾਨੀ ਕਿ ਉਸੇ ਗੱਲ ਉੱਪਰ ਅਸੀਂ ਬੀਜਣਾ ਹੁੰਦਾ ਹੈਗਾ ਫਸਲ ਨੂੰ, ਕਣਕ ਦੀ ਫਸਲ ਨੂੰ। ਤੇ ਜਿਹੜੀ ਇਹ ਗੱਠਾ ਬਣਾਉਣ ਦਾ ਪ੍ਰੋਸੈਸ ਆ ਜੇ ਬਹੁਤ ਹੀ ਥੋੜੀਆਂ ਮਸ਼ੀਨਾਂ ਹੈ ਕਿਸਾਨਾਂ ਕੋਲੇ, ਤੇ ਉਹ ਫਿਰ ਟਾਈਮ ਲੱਗਦਾ ਹੈ। ਜੇ ਟਾਈਮ ਲੱਗਦਾ ਹੈ ਤਾਂ ਫਿਰ ਉਹ ਵੱਤ ਚੜ ਜਾਂਦੀ ਹੈਗੀ, ਫਿਰ ਉਹ ਫਸਲ ਜੇ ਬੀਜਦੇ ਤਾਂ ਉੱਗਰਨੀ ਨਹੀਂ, ਦੁਬਾਰਾ ਪਾਣੀ ਵੀ ਨਹੀਂ ਲਾਉਣਾ ਮੁਸ਼ਕਲ ਹੋ ਜਾਂਦਾ ਇੰਨੇ ਖੇਤ ਦੇ ਵਿੱਚ, ਕਿਉਂਕਿ ਬਿਜਲੀ ਵੀ ਹੁਣ ਤੀਸਰੇ ਦਿਨ 2-3 ਘੰਟੇ ਆ ਰਹੀ ਹੈ ਬਿਜਲੀ ਦੀ। ਵੈਸੇ ਵੀ ਚਲੋ ਹੁਣ ਤਾਂ ਸਮੱਸਿਆ ਚੱਲ ਰਹੀ ਹੈਗੀ ਰੇਲਾਂ ਨਾ ਆਉਣ ਕਰਕੇ। ਤੇ ਇਹ ਜਾਂ ਤਾਂ ਫਿਰ ਇਸ ਤਰ੍ਹਾਂ ਹੋਵੇ ਕਿ ਇਹ ਹਰ ਇੱਕ ਜਿਸ ਤਰ੍ਹਾਂ ਕੰਬਾਈਨਾਂ ਦੀ ਆਪਣੇ ਬਹੁਤਾਤ ਹੈ ਕਟਾਈ ਲਈ, ਤੇ ਇਹ ਮਸ਼ੀਨਾਂ ਦੀ ਵੀ ਬਹੁਤਾਤ ਹੋ ਜੇ। ਇਸ ਟਾਈਮ ਬਹੁਤ ਕਿਸਾਨ ਚਾਹੁੰਦੇ ਸੀ ਕਿ ਸਾਨੂੰ ਅੱਗ ਨਾ ਲਾਈ ਜਾਵੇ, ਪਰ ਉਹਨਾਂ ਦੀ ਮਜਬੂਰੀ ਹੈ, ਫਿਰ ਬੀਜਣੀ ਵੀ ਹੈ ਫਸਲ। ਜੇ ਫਸਲ ਨਾ ਬੀਜਣਗੇ ਤਾਂ ਦੁਬਾਰਾ ਆਮਦਨ ਕਿਵੇਂ ਆਊਗੀ? ਖਰਚੇ ਤਾਂ ਸਾਡੇ ਕੰਟੀਨਿਊ ਚੱਲਦੇ ਰਹਿਣੇ ਹੈਗੇ। ਕਿ ਇਸ ਦੇ ਵਿੱਚ ਇਹ ਪਲਾਨ ਨਾਲ ਬੰਦ ਕੀਤਾ ਜਾ ਸਕਦਾ, ਇਹ ਨਹੀਂ ਕਿ ਬੰਦ ਨਹੀਂ ਹੋਵੇਗਾ। ਆਉਣ ਵਾਲੇ ਟਾਈਮ ਦੇ ਵਿੱਚ, ਭਵਿੱਖ ਦੇ ਵਿੱਚ ਉਮੀਦ ਹੈ ਮੈਨੂੰ ਕਿ ਕੁਛ ਤਾਂ ਸਰਕਾਰ ਚਲੋ ਸਖਤਾਈ ਕਰਦੀ ਹੈ, ਸਰਕਾਰਾਂ ਨੂੰ ਸਖਤਾਈ ਕਰਨੀ ਵੀ ਚਾਹੀਦੀ ਹੈ। ਕੋਈ ਸਖਤਾਈ ਕਰਨਾ ਬੁਰੀ ਗੱਲ ਨਹੀਂ। ਜੇ ਕੋਈ ਸਮਾਜ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਹੈ ਤੇ ਉਹ ਸਰਕਾਰ ਦਾ ਫਰਜ਼ ਬਣਦਾ ਹੈਗਾ ਕਿ ਉਸ ਨੂੰ ਅਸੀਂ ਰੋਕੀਏ। ਪਰ ਨਾਲ ਨਾਲ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ
ਇੱਕ ਇਹਨਾਂ ਦੀ ਮਜਬੂਰੀ ਬਣੀ ਪਈ ਹੈ, ਕਿਉਂਕਿ ਨਵੀਂ ਫਸਲ ਬੀਜਣੀ ਤਾਂ ਟਾਈਮ ਟੂ ਟਾਈਮ ਜ਼ਰੂਰੀ ਹੈ, ਤੇ ਉਹਨੇ ਟਾਈਮ ਦੇ ਵਿੱਚ ਇਹ ਜਿੰਨੀ ਜਲਦੀ ਅਸੀਂ ਸਾੜ ਕੇ ਖੇਤ ਨੂੰ ਖਾਲੀ ਕਰ ਸਕਦੇ ਹਾਂ, ਤੇ ਹੋਰ ਕਿਸੇ ਵੀ ਤਰੀਕੇ ਨਾਲ ਖੇਤ ਖਾਲੀ ਨਹੀਂ ਕੀਤਾ ਜਾ ਸਕਦਾ। ਤੁਸੀਂ ਉਹਨੇ ਦੱਸਿਆ ਵੀ ਇੱਕ ਜਿਹੜੀ ਗਿੱਲ ਹੁੰਦੀ ਹੈ ਉਸੇ ਸਮੇਂ ਹੀ ਥੋੜਾ ਸਮਾਂ ਨਿਸ਼ਚਿਤ ਹੁੰਦਾ ਹੈ ਨਾ, ਉਹ ਕਣਕ ਦੀ ਬਿਜਾਈ ਅਗਲੀ ਉਦੋਂ ਹੀ ਹੋਊਗੀ। ਹਾਂਜੀ। ਤੇ ਫਿਰ ਜਿਹੜਾ ਸਮਾਂ ਲੱਗਦਾ ਹੈ, ਫਿਰ ਤੁਸੀਂ ਕਿਵੇਂ ਇਸ ਦਾ ਪ੍ਰਬੰਧ ਕੀਤਾ ਜਾਂ ਤੁਹਾਨੂੰ ਆਪਦੇ ਪੈਸੇ ਖਰਚਣੇ ਪਏ? ਨਹੀਂ ਜੀ, ਨਹੀਂ ਕੋਈ ਪੈਸਾ ਨਹੀਂ ਖਰਚਣਾ ਪਿਆ। ਪਹਿਲੀ ਗੱਲ ਤਾਂ ਇਹ ਹੈ ਕਿ ਕੁਦਰਤ ਤੌਰ ਤੇ ਮੈਂ ਸਮਝਦਾ ਕਿ ਮੈਂ ਸੈਟੀਸਫਾਈ ਹਾਂ, ਜਿੰਨਾ ਕੁਝ ਮੇਰੇ ਕੋਲ ਹੈ ਉਸ ਤੋਂ ਮੈਂ ਸੈਟੀਸਫਾਈ ਹਾਂ, ਤੇ ਮੈਂ ਮੁਨਾਫੇ ਦੀ ਦੌੜ ਚੋਂ ਨਿਕਲਿਆ ਹੋਇਆ ਹਾਂ। ਮੈਨੂੰ ਕੋਈ ਬਹੁਤਾ ਮੁਨਾਫਾ ਨਹੀਂ ਚਾਹੀਦਾ, ਮੈਨੂੰ এনवायरमेंट ਸਾਫ਼ ਸੁਥਰਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀਆਂ ਮੇਰੀਆਂ ਨਸਲਾਂ ਜਿਹੜੀਆਂ ਇੱਕ ਚੰਗੀ ਹਵਾ 'ਚ ਸਾਹ ਲੈ ਸਕਣ, ਜਾਂ ਇਹ ਪੰਛੀ ਹੈ, ਪੌਦੇ ਹੈ, ਇਹ ਵੱਧ ਫੁੱਲ ਸਕਣ। ਇਸ ਕਰਕੇ ਮੈਂ ਪਹਿਲਾਂ ਪਿਛਲੇ ਸਾਲ ਮੈਂ ਗੱਠਾਂ ਨਹੀਂ ਬਣਾਈਆਂ ਸੀ, ਤੇ ਇੱਕ ਖੜੇ ਖਰਚਿਆਂ ਦੇ ਵਿੱਚ ਹੈਪੀ ਸੀਡਰ ਆਏ ਅੱਜ ਕੱਲ, ਉਹਦੇ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਥੋੜਾ ਬਹੁਤਾ 5 ਤੋਂ 7 ਮਣ ਝਾੜ ਦਾ ਫਰਕ ਪੈਂਦਾ ਹੈਗਾ, ਤੇ ਜੋ ਕਿ ਛੋਟਾ ਕਿਸਾਨ ਜਿਸਨੇ ਠੇਕੇ ਉੱਪਰ ਜ਼ਮੀਨ ਲਈ ਹੈ 60 ਤੋਂ 65,000 70,000 ਤੱਕ ਵੀ ਠੇਕਾ ਹੋ ਗਿਆ, ਉਹ ਨਹੀਂ ਚਾਹੁੰਦਾ ਕਿ ਮੈਨੂੰ 5 ਤੋਂ 7 ਮਣ ਕਣਕ ਦਾ ਲਾਸ ਹੋਵੇ। ਮੈਂ ਤਾਂ ਉਹ ਬੀਜਤੀ ਸੀ, ਮੈਨੂੰ ਇਸ ਵਾਰ ਵੀ ਮੈਂ ਆਪਦੇ ਦੂਸਰੇ ਖੇਤ 'ਚ ਉਸੇ ਤਰੀਕੇ ਨਾਲ ਹੀ ਬੀਜੀ ਹੈਗੀ। ਉਸ ਤਰੀਕੇ ਨਾਲ ਕਿਸਾਨ ਬੀਜਣਾ ਨਹੀਂ ਚਾਹੁੰਦੇਗੇ, ਕਿਉਂਕਿ ਉਹ ਥੋੜਾ ਜਿਹਾ ਝਾੜ ਦੇ ਉੱਪਰ ਲਾਸ ਪੈਂਦਾ ਹੈਗਾ। ਹਾਂ, ਤੇ ਇਸ ਕਰਕੇ ਕਿਸਾਨ ਉਸ ਪਾਸੇ ਨਹੀਂ ਜਾਂਦੇ। ਤੇ ਇੱਕ ਉਹਦੇ ਲਈ ਵੀ ਫਿਰ ਹਰ ਇੱਕ ਕਿਸਾਨ ਕੋਲੇ ਵੱਡੇ ਟਰੈਕਟਰ ਨਹੀਂ, ਉਹ ਸੰਦ ਤਾਂ ਅਵੇਲੇਬਲ ਨੇ, ਸਰਕਾਰ ਨੇ ਸਬਸਿਡੀਆਂ ਉੱਪਰ ਦਿੱਤੇ ਹੈ। ਆਮ ਦੇਖੋ ਮੈਨੂੰ ਤਾਂ ਫ੍ਰੀ ਦੇ ਵਿੱਚ ਹੀ ਮਿਲ ਗਿਆ ਸੀ, ਮੇਰੇ ਕਿਸੇ ਦੋਸਤ ਕੋਲੇ ਹੈ ਹੈਪੀ ਸੀਡਰ, ਤੇ ਉਹਨਾਂ ਨੇ ਮੈਨੂੰ ਪਿਛਲੀ ਵਾਰ ਵੀ ਦੇਤਾ ਸੀਗਾ ਤੇ ਐਤਕੀ ਵੀ ਦੇਤਾ। ਟਰੈਕਟਰ ਮੇਰੇ ਕੋਲੇ ਖੁਦ ਕੋਲੇ ਵੱਡਾ ਹੈਗਾ, ਤੇ ਪਿਛਲੀ ਵਾਰ ਮੈਂ ਸਾਰੀ ਬਿਜਾਈ ਉਸੇ ਤਰ੍ਹਾਂ ਹੀ ਕੀਤੀ ਸੀਗੀ। ਤੇ ਪਿਛਲੀ ਵਾਰ ਮੇਰੇ ਇੱਕ ਖੇਤ ਦੇ ਵਿੱਚ ਤਾਂ ਬਹੁਤ ਵਧੀਆ ਝਾੜ ਨਿਕਲਿਆ 54 ਮਣ, ਤੇ ਜਿਹੜੇ ਖੇਤ 'ਚ ਆਪਾਂ ਹੁਣ ਬੈਠੇ ਆ ਇੱਥੇ 48 ਮਣ ਝਾੜ ਨਿਕਲਿਆ ਸੀਗਾ। ਤੇ ਇਸ ਵਾਰ ਮੈਂ ਇਸ ਖੇਤ ਦੇ ਵਿੱਚ ਦੇਖੋ ਕਿ ਉਸ ਤੇ ਖਰਚਾ ਕਰਤਾ, ਲਗਭਗ ਮੇਰਾ 1500 ਰੁਪਇਆ ਪਰ ਏਕੜ ਖਰਚਾ ਆਇਆ ਹੈਗਾ ਗੱਠਾਂ ਬਣਾਉਣ ਤੇ ਮੈਨੂੰ ਉਮੀਦ ਹੈ ਕਿ ਜਿੰਨਾ ਕਿ ਮੇਰਾ ਖਰਚਾ 1500 ਰੁਪਇਆ ਆਇਆ, ਤੇ ਮੇਰੀ ਫਸਲ ਵੀ ਇਹਦੇ 'ਚ 5000 ਰੁਪਏ ਪਰ ਏਕੜ ਵੱਧ ਹੋਊਗੀ। ਮਤਲਬ ਕਿ ਨੁਕਸਾਨ ਇੱਕ ਜਦੋਂ ਅਸੀਂ ਕਹਿੰਦੇ ਆ, ਕਿਸਾਨ ਵੀ ਕਹਿ ਦਿੰਦੇ ਆ, ਸੋਚ ਲੈਂਦੇ ਆ ਵੀ ਭਾਈ ਸਾਡਾ ਨਾ ਇਹਦੇ 1500 2000 ਰੁਪਇਆ ਐਕਸਟਰਾ ਖਰਚਾ ਆਉਂਦਾ, ਪਰ ਜੇ ਅਸੀਂ ਸੋਚੀਏ ਤਾਂ ਫਿਰ 5000 ਰੁਪਇਆ ਮੁਨਾਫਾ ਵੀ ਤਾਂ ਹੁੰਦਾ। ਮੈਂ ਦੇਖੋ ਜੀ, ਮੈਂ ਤਾਂ ਇਹ ਸਮਝਦਾ ਕਿ ਜੇ ਆਪਾਂ ਮੁਨਾਫੇ ਨੂੰ ਛੱਡ ਵੀ ਦੇਗੇ, ਤੇ ਮੇਰੀ ਅਪੀਲ ਹੈ ਕਿ ਜਿਹੜੇ ਮਾਲਕੀ ਵਾਲੇ ਕਿਸਾਨ ਹੈ, ਮਾਲਕੀ ਤੋਂ ਮਤਲਬ ਕਿ ਜਿਹੜੇ ਆਪਦੀ ਜ਼ਮੀਨ ਉੱਪਰ ਖੇਤੀ ਕਰਦੇ ਆ, ਘੱਟੋ ਘੱਟ ਉਹ ਵਿਅਕਤੀ ਤਾਂ ਅੱਗ ਲਾਉਣ ਤੋਂ ਗੁਰੇਜ਼ ਕਰਨ, ਕਿਉਂਕਿ ਜਿਸਨੇ ਠੇਕਾ ਹੈ 60 ਤੋਂ 70,000 ਰੁਪਇਆ, ਉਹ 10,000 ਦੇ ਮੁਨਾਫੇ ਤੇ ਸਾਲ ਭਰ ਕੰਮ ਕਰ ਰਿਹਾ, ਉਹਦੇ ਲਈ ਰਿਸਕ ਲੈਣਾ ਬੜਾ ਮੁਸ਼ਕਿਲ ਹੈ ਕਿ ਝਾੜ ਘਟ ਜੇ। ਪਰ ਜਿਸ ਕੋਲੇ ਆਪਦੀ ਖੁਦ ਦੀ ਜ਼ਮੀਨ ਹੈ, ਚਾਹੇ ਥੋੜੀ ਹੈ ਚਾਹੇ ਜ਼ਿਆਦਾ, ਇਹ ਗੱਲ ਮੈਟਰ ਨਹੀਂ ਕਰਦੀ। ਜੇ ਕਿਸੇ ਕੋਲ ਜ਼ਮੀਨ ਥੋੜੀ ਹੈ ਤਾਂ ਉਹਦੇ ਖਰਚੇ ਵੀ ਘੱਟ ਹੈ, ਤੇ ਉਹਨੂੰ ਘੱਟ ਕਰਨੇ ਵੀ ਚਾਹੀਦੇ ਹੈ। ਜੇ ਹੁਣ 2 ਕਿੱਲੇ ਵਾਲਾ 10 ਕਿੱਲੇ ਵਾਲਿਆਂ ਦੀ ਰੀਸ ਕਰੂਗਾ ਤਾਂ ਤੁਹਾਡੇ ਸਿਰ ਕੁਦਰਤੀ ਗੱਲ ਹੈ ਕਰਜ਼ਾ ਤਾਂ ਚੜੂਗਾ, ਉਹਦੇ 'ਚ ਸਰਕਾਰ ਨਹੀਂ ਦੋਸ਼ੀ, ਠੀਕ ਹੈ ਕਿ ਨਹੀਂ। ਜੇ 2 ਕਿੱਲੇ ਵਾਲਾ 5 ਕਿੱਲੇ ਵਾਲੇ 7 ਕਿੱਲੇ ਵਾਲੇ ਦੀ ਰੀਸ ਕਰੂਗਾ ਤਾਂ ਕਰਜ਼ਾਈ ਹੋਊਗਾ, 10 ਕਿੱਲੇ ਵਾਲਾ 40 ਵਾਲੇ ਦੀ ਕਰੂਗਾ ਕਰਜ਼ਾਈ ਹੋਊਗਾ। ਕਿ ਉਹ ਅੱਗ ਨਾ ਲਾਉਣ। ਜੇ ਅਸੀਂ ਅੱਗ ਨਾ ਲਾਵਾਂਗੇ, এনवायरमेंट ਸਾਫ਼ ਰਹੂ, ਬਿਮਾਰੀਆਂ ਘੱਟ ਲੱਗਣਗੀਆਂ। ਤੇ ਹਸਪਤਾਲ ਦੇਖੋ, ਤੁਸੀਂ ਕਿਸੇ ਹਸਪਤਾਲ ਚਲੇ ਜਾਓ, ਭਰੇ ਪਏ ਹਸਪਤਾਲ। ਪਹਿਲਾਂ ਸਾਡੇ ਬਜ਼ੁਰਗ ਇੰਨੇ ਬਿਮਾਰ ਨਹੀਂ ਹੁੰਦੇ ਸੀ। ਮੇਰੀ ਉਮਰ ਕੋਈ ਜ਼ਿਆਦਾ ਨਹੀਂ, 42 ਸਾਲ ਹੈ, ਤੇ 10 ਸਾਲ ਦਾ ਬੱਚਾ ਗੱਲ ਨੂੰ ਸਮਝਣ ਲੱਗ ਜਾਂਦਾ। ਪਹਿਲਾਂ ਘਰਾਂ ਦੇ ਵਿੱਚ ਸਿਰਫ ਦਮੇ ਦੇ ਮਰੀਜ਼ ਹੁੰਦੇ ਸੀਗੇ ਪੁਰਾਣੇ ਬਜ਼ੁਰਗ, ਤੇ ਉਹ ਵੀ ਕੋਈ ਦਵਾਈ ਨਹੀਂ ਲੈਂਦੇ ਹੁੰਦੇ ਸੀ, ਉਹ ਕਾੜਾ ਕੂੜਾ ਪੀ ਲੈਂਦੇ ਹੁੰਦੇ ਸੀਗੇ। ਤੇ ਜਾਂ ਕੁਝ ਬਜ਼ੁਰਗ ਆਪਾਂ ਕਹਿ ਦਿੰਦੇ ਆ ਜਿਸ ਤਰ੍ਹਾਂ ਕਿ ਲਾਹਣ ਵਗੈਰਾ, ਘਰ ਦੀ ਸ਼ਰਾਬ ਵਗੈਰਾ ਦਾ ਇਸਤੇਮਾਲ ਕਰਦੇ ਹੁੰਦੇ ਸੀ ਸਰਦੀ ਦੇ ਵਿੱਚ ਆਪਦੀ ਬਿਮਾਰੀ ਲਈ। ਇਸ ਤੋਂ ਇਲਾਵਾ ਕੋਈ ਹਸਪਤਾਲ ਨਹੀਂ ਜਾਂਦਾ ਹੁੰਦਾ ਸੀ। ਜੇ ਅਸੀਂ ਆਮਦਨ ਵਧਾ ਲਈ ਹੈ ਤੇ ਫਿਰ ਅਸੀਂ ਬਿਮਾਰੀਆਂ ਵੀ ਲਵਾ ਲਈਆਂ, ਸਾਡੇ ਖਰਚੇ ਵੀ ਉਧਰ ਹੋਣ ਲੱਗ ਗਏ ਹੈਗੇ। ਤੇ ਉਹੋ ਜਿਹੀ ਆਮਦਨ ਵਧਾ ਕੇ ਅਸੀਂ ਲੈਣਾ ਕੀ ਹੈਗਾ, ਉਹੋ ਜਿਹੀ ਆਮਦਨ ਤੋਂ ਜਿਹੜੀ ਕਿ ਸਾਡੇ ਸਿਹਤ ਖਰਾਬ ਕਰਦੀ ਹੈ, ਤੇ ਮੁੜ ਕੇ ਸਾਡੀ ਉਹ ਆਮਦਨ ਸਾਡੀ ਜਾਣੀ ਕਿ ਆਪਦੀ ਸਿਹਤ ਨੂੰ ਬਚਾਉਣ ਤੇ ਹੀ ਲੱਗ ਜਾਂਦੀ ਹੈਗੀ। ਤੇ ਇਹਦਾ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ 1500 ਰੁਪਇਆ ਖਰਚਾ ਤਾਂ ਗੱਠਾਂ ਬਣਾਉਣ ਤੇ ਆ ਗਿਆ ਹਾਂਜੀ ਤੁਹਾਡਾ, ਤੇ ਫਿਰ ਜਦੋਂ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਬੀਜੀ, ਉਹਦੇ ਤੇ ਵੀ ਕੋਈ ਵਾਧੂ ਖਰਚਾ ਆਉਂਦਾ? ਨਹੀਂ ਜੀ, ਉਹ ਬਿਲਕੁਲ ਬਚਤ ਹੋ ਗਈ ਜੀ। ਜੇ 1500 ਰੁਪਇਆ ਜੇ ਮੈਂ ਇਸ ਖੇਤ ਨੂੰ ਪੂਰੀ ਤਰ੍ਹਾਂ ਜਾਣੀ ਕਿ ਟਰੈਕਟਰ ਨਾਲ ਵਾਹ ਕੇ ਬੀਜਦਾ, ਤਾਂ ਲਗਭਗ 1000 ਰੁਪਏ ਦਾ ਤੇਲ ਇਹ ਲੱਗ ਜਾਂਦਾ ਹੈ ਕਿੱਲੇ ਦੇ ਉੱਪਰ। ਕਿਉਂਕਿ 2 ਵਾਰ ਵਾਹੁਣੀ ਪੈਣੀ ਸੀ, ਫਿਰ ਸੁਹਾਗਾ ਮਾਰਨਾ ਪੈਣਾ ਸੀਗਾ, ਫਿਰ ਦੁਬਾਰਾ ਵਾਹੁਣੀ ਪੈਂਦੀ ਹੈਗੀ, ਕਾਫੀ ਖਰਚਾ ਆ ਜਾਂਦਾ ਹੈਗਾ। ਹੁਣ ਮੇਰਾ 1500 ਰੁਪਏ ਦੇ ਵਿੱਚ ਸਿੱਧਾ ਜ਼ੀਰੋ ਡਰਿਲ ਨਾਲ ਬੀਜੀ ਗਈ ਹੈ, ਇੱਧਰ ਤੁਸੀਂ ਦੇਖ ਸਕਦੇ ਹੋਗੇ। ਤੇ
ਮੈਂ ਤਾਂ ਸਮਝਦਾ ਕਿ ਮੈਨੂੰ ਕੋਈ ਬਹੁਤਾ ਲਾਸ ਨਹੀਂ ਹੋਇਆਗਾ, ਪਰ ਮੈਂ ਉਹੀ ਦੱਸ ਰਿਹਾ ਕਿ ਮੈਂ ਤਾਂ ਹੁਣ ਇਹ ਸੋਚ ਲਿਆ ਕਿ ਜੇ ਕਣਕ ਦੀ ਫਸਲ ਦਾ ਝਾੜ ਹੈ ਐਵਰੇਜ 60 ਮਣ ਨਿਕਲਦਾ ਹੈ ਤੇ ਜੇ ਮੇਰਾ 50 ਮਣ ਨਿਕਲ ਆਊਗਾ ਤਾਂ ਮੈਨੂੰ ਕੋਈ ਅਫਸੋਸ ਨਹੀਂਗਾ। ਪਰ ਇਹ ਗੱਲ ਜੋ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਆ ਉਹਨਾਂ ਲਈ ਬੜਾ ਮੁਸ਼ਕਲ ਹੁੰਦਾ, ਕਿਉਂਕਿ ਜੋ 10 ਮਣ ਦਾ ਜੋ ਝਾੜ ਦਾ ਲਾਸ ਪੈ ਜਾਣਾ ਹੈ ਉਹੀ ਉਹਨਾਂ ਦਾ ਮੁਨਾਫਾ ਹੁੰਦਾ ਵਿਚਾਰਿਆਂ ਦਾ। ਤੇ ਉਹ ਫਿਰ ਬਸ ਉਹ ਕਨਫਿਊਜ਼ ਹੋ ਜਾਂਦਾ ਕਿਸਾਨ ਇਸ ਕਰਕੇ ਕਿ ਮੈਂ ਰਿਸਕ ਕਿਵੇਂ ਲਵਾਂ, ਕਿ ਫਿਰ ਮੈਨੂੰ ਬਚੂਗਾ ਕੀ ਜੇ ਮੇਰਾ ਲਾਸ ਹੋ ਗਿਆ ਝਾੜ ਦਾ। ਤੇ ਚਾਂਸ ਹੁੰਦੇ ਹੈਗੇ ਕਿ ਕਿਉਂਕਿ ਖੇਤ ਸਵਰਿਆ ਨਹੀਂ ਹੁੰਦਾਗਾ ਤੇ ਉਸ ਦੇ ਵਿੱਚ ਕਿਤੇ ਨਾ ਕਿਤੇ ਚਾਂਸ ਹੁੰਦੇ ਹੈਗੇ ਝਾੜ ਘਟ ਜਾਂਦਾ ਹੈ। ਦੇਖੋ ਮੇਰਾ ਪਿਛਲੀ ਵਾਰ 48 ਮਣ ਝੜਿਆ, ਮੈਂ ਝੂਠ ਨਹੀਂ ਬੋਲਦਾਗਾ, ਤੇ ਆਮ ਕਣਕਾਂ ਦਾ ਝਾੜ ਸੀਗਾ ਜਿਹੜਾ 60 ਮਣ ਝੜਿਆ ਹੈਗਾ ਤੇ 12 ਮਣ ਦਾ ਮੈਨੂੰ ਲਾਸ ਹੋਇਆ, ਪਰ ਮੈਂ ਲਾਸ ਕਰਨ ਦੇ ਯੋਗ ਵੀ ਹੈ। ਤੇ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਮੁਨਾਫੇ ਦੀ ਦੌੜ 'ਚ ਨਹੀਂ ਮੈਂ ਜ਼ਿਆਦਾ, ਤੇ ਮੈਂ ਸੈਟੀਸਫਾਈ ਹਾਂ ਜੋ ਕੁਛ ਹੈ। ਤੁਸੀਂ ਗੱਲ ਕੀਤੀ ਸੀ ਵੀ ਛੋਟੇ ਜਿਹੜੇ ਕਿਸਾਨ ਹੋਣੇ, ਤੁਸੀਂ ਕਿਹਾ ਵੀ ਉਹ ਚੱਲ ਹੀ ਨਹੀਂ ਸਕਦੇ ਇੰਨਾ 10-12 ਮਣ ਦਾ, ਕਿੱਥੋਂ ਚੱਲ ਜਾਣਗੇ, ਨਹੀਂ ਚੱਲ ਸਕਦੇ। ਹਾਂ, ਤੇ ਤੁਸੀਂ ਕਿਹਾ ਗੱਲ ਕੀਤੀ ਵੀ ਉਹ ਇਕੱਠੇ ਹੋ ਕੇ ਨਾ ਵੀ ਕੋਈ ਟਰੈਕਟਰ ਖਰੀਦ ਲੈਣ ਜਾਂ ਕੁਝ ਐਸੀਆਂ ਸੰਦ ਖਰੀਦ ਲੈਣ ਇਕੱਠੇ ਹੋ ਕੇ, ਹਾਂਜੀ, ਫਿਰ ਵੀ ਤਾਂ ਉਹਨਾਂ ਨੂੰ ਇਹ ਲਾਸ ਤਾਂ ਪੈਣਗੇ ਹੀ। ਇਹ ਲਾਸਾਂ ਨੂੰ ਫਿਰ ਉਹ ਕਿਵੇਂ ਮੇਨਟੇਨ ਕਰਨਗੇ? ਨਹੀਂ ਜੀ, ਇਹ ਲਾਸ ਨਹੀਂ ਨਾ, ਮੇਰਾ ਕਹਿਣ ਤੋਂ ਮਤਲਬ ਉਹ ਲਾਸ ਦਾ ਕਾਰਨ ਇਹ ਹੈ ਕਿ ਤੁਹਾਡੇ ਜੇ ਤੁਸੀਂ ਦੇਖੋ ਇਸ ਟਾਈਮ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੋਊਗਾ ਕਿ ਟਰੈਕਟਰ 5 ਗੁਣਾ ਜ਼ਿਆਦਾ ਹੈ। ਜੇ ਇਸ ਟਾਈਮ ਪੰਜਾਬ ਦੇ ਵਿੱਚ 5 ਲੱਖ ਟਰੈਕਟਰ ਹੈ ਤਾਂ ਸ਼ਾਇਦ 1 ਲੱਖ ਟਰੈਕਟਰ ਦੀ ਜ਼ਰੂਰਤ ਹੈ। ਹੁਣ ਟਰੈਕਟਰ ਜੇ ਆਪਾਂ ਸਸਤਾ ਛੋਟਾ ਟਰੈਕਟਰ ਵੀ ਹੈ 1.5 ਤੋਂ 2 ਲੱਖ ਰੁਪਏ ਦਾ ਹੁੰਦਾ ਕਿਸਾਨ ਕੋਲੇ, ਤੇ ਉਸ ਦੇ ਪਿੱਛੇ ਕਿੰਨੇ ਸੰਦ ਹੁੰਦੇ ਆ, ਤੇ ਉਹ ਉੱਥੇ ਬਚਤ ਵੀ ਹੋਣੀ ਹੈਗੀ, ਉੱਥੇ ਬਚਤ ਵੀ ਵੱਡੀ ਹੋਊਗੀ। ਫਿਰ ਕਿਤੇ ਨਾ ਕਿਤੇ ਉਹ ਜਿਹੜਾ ਕਿਸਾਨ ਹੈ ਜਦੋਂ ਉਸਨੇ ਵੱਡਾ ਟਰੈਕਟਰ ਲੈ ਲਿਆ ਤਾਂ ਉਹ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਹੈਪੀ ਸੀਡਰ ਨਾਲ ਬੀਜ ਦੀ ਕੋਸ਼ਿਸ਼ ਕਰ ਸਕਦਾ ਹੈਗਾ। ਤੇ ਵੈਸੇ ਤਾਂ ਦੇਖੋ ਝਾੜ ਹੈ, ਬਹੁਤ ਕਿਸਾਨਾਂ ਦਾ ਇਹ ਤਜਰਬਾ ਹੈ ਕਿ ਇਹ ਝਾੜ ਵੀ ਉਨਾ ਹੀ ਨਿਕਲਦਾ ਹੈਗਾ, ਪਰ ਮੇਰਾ ਇਹ ਨਾਲ ਪਹਿਲੀ ਵਾਰ ਮੇਰਾ ਤਜਰਬਾ ਕਿ ਖੇਤ ਦੇ ਵਿੱਚੋਂ 54 ਮਣ ਨਿਕਲਿਆ, ਇੱਕ ਦੇ ਵਿੱਚੋਂ 48 ਮਣ ਨਿਕਲਿਆ। ਤੇ ਫਿਰ ਲਾਸ ਤਾਂ ਮਤਲਬ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਮੈਂ ਤਾਂ ਇਹ ਸਮਝਦਾ ਹੈ ਕਿ ਇੰਨੀ ਮਹਿੰਗੀ ਜਿਹੜੀ ਠੇਕੇ ਤੇ ਜ਼ਮੀਨ ਹੈ ਇੱਕ ਛੋਟੇ ਕਿਸਾਨ ਨੂੰ ਲੈਣੀ ਛੱਡ ਦੇਣੀ ਚਾਹੀਦੀ ਹੈ। ਕਿ ਛੋਟੇ ਕਿਸਾਨ ਦੀ ਵਿਚਾਰੇ ਦੀ ਸਮੱਸਿਆ ਇਹ ਹੈ ਕਿ ਉਹ ਨਾ ਆਪਣਾ ਜ਼ਿਮੀਂਦਾਰਾ ਜੋ ਕਿੱਤਾ ਹੈ ਇਸ ਨੂੰ ਛੱਡਣਾ ਨਹੀਂ ਚਾਹੁੰਦਾ, ਉਸ ਨੂੰ ਇਹ ਕਿੱਤਾ ਛੱਡ ਕੇ ਕੋਈ ਹੋਰ ਕਿੱਤਾ ਅਪਣਾ ਲੈਣਾ ਚਾਹੀਦਾ ਹੈ, ਤਾਂ ਉਹ ਕਿਤੇ ਨਾ ਕਿਤੇ ਖੁਸ਼ਹਾਲ ਹੋ ਸਕਦਾ ਹੈਗਾ। ਬਾਕੀ ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਸਾਡੇ ਆਮ ਗੱਲ ਕਿਸਾਨਾਂ 'ਚ ਚੱਲਦੀ ਹੈ ਕਿ ਖੁਸ਼ਹਾਲ ਇਹ ਦੁਨੀਆ ਦੇ ਉੱਤੇ ਕਦੇ ਕੋਈ ਹਰ ਇੱਕ ਮਨੁੱਖ ਨਹੀਂ ਹੋ ਸਕਦਾਗਾ। ਇਹ ਨਹੀਂ ਕਿ ਦੇਖੋ ਗਰੀਬੀ ਅਮੀਰੀ ਇਹ ਹਰ ਇੱਕ ਸਮਾਜ ਦਾ ਹਿੱਸਾ ਹੈਗਾ। ਜੋ ਅਗਾਂਹ ਵਧੂ ਮੁਲਕ ਹੈ ਜਿਹੜੇ ਆਪਾਂ ਕਹਿੰਦੇ ਤਰੱਕੀ, ਅਮਰੀਕਾ ਕੈਨੇਡਾ ਦੇ ਵਿੱਚ ਵੀ ਗਰੀਬ ਲੋਕ ਹੈ, ਇਹ ਨਹੀਂ ਕਿ ਉੱਥੇ ਗਰੀਬ ਨਹੀਂ। ਤੇ ਇਹ ਤਾਂ ਫਿਰ ਸਾਨੂੰ ਆਪਦੇ ਹਿਸਾਬ ਨਾਲ ਹੀ ਚੱਲਣਾ ਪਊਗਾ ਨਾ। ਸਾਡਾ ਗਰੀਬੀ ਦਾ ਕਾਰਨ ਜ਼ਿਆਦਾ ਸਾਡਾ ਮੈਂ ਸਮਝਦਾ ਕਿ ਜੱਟ ਭਾਈਚਾਰੇ ਦਾ ਦਿਖਾਵਾ ਹੈ। ਅਸੀਂ ਛੋਟੇ ਜ਼ਿਮੀਂਦਾਰ ਆ ਜਿਹੜੇ ਉਹ ਦਿਖਾਵਾ, ਵੱਡਿਆਂ ਨੂੰ ਦੇਖ ਕੇ ਦਿਖਾਵਾ ਕਰਨ ਲੱਗ ਗਏ, ਜਿਸ ਤਰ੍ਹਾਂ ਕਿ ਮਹਿੰਗੇ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਦੇ ਆ ਇਹ, ਤੇ ਮਕਾਨ ਵੀ ਜ਼ਿਆਦਾ ਮਹਿੰਗੇ ਪਾਉਣ ਲੱਗ ਗਏ। ਤੁਸੀਂ ਦੇਖਦੇ ਹੋਵੋਗੇ ਖੇਤਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਦੀ ਲੰਘਦੇ ਹੋ ਜਦੋਂ ਵੱਡੀਆਂ ਵੱਡੀਆਂ ਕੋਠੀਆਂ ਉਸਾਰੀਆਂ, ਤੁਹਾਨੂੰ ਪੰਜਾਬ ਦੇ ਵਿੱਚ ਦੀ ਜਦੋਂ ਤੁਸੀਂ ਲੰਘੋਗੇ ਤਾਂ ਤੁਹਾਨੂੰ ਕਿਤੇ ਇਸ ਤਰ੍ਹਾਂ ਨਹੀਂ ਲੱਗੂਗਾ ਕਿ ਇਸ ਸਟੇਟ ਦੇ ਵਿੱਚ ਗਰੀਬੀ ਹੈ, ਤੁਹਾਨੂੰ ਇਸ ਤਰ੍ਹਾਂ ਨਜ਼ਰ ਆਵੇ ਪੂਰੀ ਖੁਸ਼ਹਾਲੀ ਹੈ। ਸਾਡੇ ਗਾਣੇ ਹੈ ਜੋ ਸਾਡੇ ਸਿੰਗਰ ਗਾਣੇ ਗਾਉਂਦੇ ਆ ਉਹਦੇ ਵਿੱਚ ਵੀ ਪੂਰੀ ਤਰ੍ਹਾਂ ਖੁਸ਼ਹਾਲੀ ਨਜ਼ਰ ਆਉਂਦੀ ਹੈ। ਤੇ ਮੈਂ ਕਿਤੇ ਨਾ ਕਿਤੇ ਸਮਝਦਾ ਕਿ ਖੁਸ਼ਹਾਲੀ ਹੈ ਵੀ ਹੈ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਾਡਾ ਪੰਜਾਬ ਬਹੁਤ ਖੁਸ਼ਹਾਲ ਹੈ ਉਸ ਸਟੇਟਾਂ ਦੇ ਮੁਕਾਬਲੇ। ਤੁਸੀਂ ਕਦੇ ਜਾ ਕੇ ਆਓ, ਉੜੀਸਾ ਦੇ ਵਿੱਚ ਰੋਣ ਆਉਂਦਾ ਹੈਗਾ ਦੇਖ ਕੇ, ਉਹਨਾਂ ਦਾ ਜੀਵਨ ਹੈ ਜੋ ਪੱਧਰ ਹੈ। ਬਿਹਾਰ ਦੇ ਜੋ ਲੋਕ ਹੈ ਉਹਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ, ਸਾਡਾ ਜੀਵਨ ਪੱਧਰ ਬਹੁਤ ਉੱਚਾ ਹੈਗਾ। ਤੇ ਸੈਟੀਸਫਾਈ ਕਿਤੇ ਨਾ ਕਿਤੇ ਤਾਂ ਸਾਨੂੰ ਹੋਣਾ ਪਊਗਾ, ਇਹ ਗੱਲ ਹੈ। ਤੁਸੀਂ ਕਿਹਾ ਵੀ ਛੋਟਾ ਕਿਸਾਨ ਹੈ ਜਿਹੜਾ ਖੇਤੀ ਨੂੰ ਵੀ ਛੱਡਣਾ ਨਹੀਂ ਚਾਹੁੰਦਾ ਤੇ ਉਹ ਜੇਕਰ ਹੋਰ ਕੋਈ ਕਿੱਤਾ ਅਪਣਾ ਲੇ ਤਾਂ ਉਹ ਖੁਸ਼ਹਾਲ ਹੋ ਸਕਦਾ ਹੈ। ਹਾਂ, ਤੁਸੀਂ ਵੀ ਹੁਣੇ ਐਤਕੀ ਵਾਰ ਇੱਕ ਤਜਰਬਾ ਕੀਤਾ ਵੀ ਤੁਸੀਂ ਜਿਹੜਾ ਆਪਦੀ ਕਣਕ ਦੀ ਖੇਤੀ ਆ ਨਾ ਉਹਨੂੰ ਘਟਾਇਆ ਹੈ। ਹਾਂਜੀ, ਤੇ ਤੁਸੀਂ ਬਦਲਵੀਂ ਖੇਤੀ ਵੱਲ ਗਏ ਹੋ। ਹਾਂਜੀ, ਤੇ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਵੇਂ ਜਿਹੜਾ ਕਿਸਾਨ ਛੱਡਣਾ ਹੀ ਨਹੀਂ ਚਾਹੁੰਦਾ ਖੇਤੀ ਹੈ ਨਾ, ਉਹ ਬਦਲਵੀਂ ਖੇਤੀ ਨੂੰ ਅਪਣਾ ਕੇ ਵੀ ਆਪਣੇ ਆਪ ਨੂੰ ਮੁਨਾਫੇ ਚ ਲਿਆ ਸਕਦਾ ਹੈ, ਬਿਲਕੁਲ ਆਪਣਾ ਕਰ ਸਕਦਾ। ਛੋਟੇ ਕਿਸਾਨ ਬਾਰੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਬਹੁਤ ਤਰ੍ਹਾਂ ਖੁਸ਼ਹਾਲ ਹੋ ਜਾਊਗਾ ਕਿ ਇਹ ਛੋਟੀ ਖੇਤੀ ਦੇ ਵਿੱਚੋਂ ਕਿ ਉਹ ਕਾਰਾਂ ਖਰੀਦ ਲੂ ਜਾਂ ਕੋਠੀਆਂ ਪਾ ਲੂਗਾ, ਇਸ ਤਰ੍ਹਾਂ ਦਾ ਨਹੀਂ। ਪਰ ਇੱਕ ਆਪਦਾ ਜੀਵਨ ਬਸਰ ਹੈ, ਜੋ ਜੀਵਨ ਨਿਰਵਾਹ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦਾ ਹੈਗਾ ਜੇ ਉਹ ਬਦਲਵੀਂ ਖੇਤੀ ਅਪਣਾਵੇ, ਕਣਕ ਝੋਨੇ ਦੇ ਚੱਕਰ ਚੋਂ ਨਿਕਲੇ। ਐਤਕੀ ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਐਤਕੀ ਮੈਂ ਜੋ ਲਸਣ ਬੀਜੀ ਹੈ ਮੈਂ 3 ਕਨਾਲ, ਲਸਣ ਦਾ ਬੀਜ ਐਤਕੀ ਬਹੁਤ ਮਹਿੰਗਾ ਸੀਗਾ ਮਿਲ ਰਿਹਾ, ਲਗਭਗ 2 ਤੋਂ
150 ਰੁਪਏ ਕਿਲੋ ਮਿਲ ਰਿਹਾ ਸੀ। ਇਸ ਕਰਕੇ ਮੈਂ ਵੱਡੇ ਪੱਧਰ ਤੇ ਜ਼ਿਆਦਾ ਤਾਂ ਨਹੀਂ ਲਾ ਸਕਦਾ ਸੀ, ਪਰ ਮੈਂ 3 ਕਨਾਲਾਂ ਲਾਈ, ਉਹਦੇ ਵਿੱਚ ਵੀ ਮੇਰੇ ਕੋਲ 22,000 ਰੁਪਏ ਦਾ ਮੈਂ ਬੀਜ ਲਿਆਂਦਾ, ਥੋੜਾ ਜਿਹਾ ਬੀਜ ਬਚਿਆ ਪਿਆ ਵੀ ਹੈਗਾ, ਤੇ ਮੈਂ 3 ਕਨਾਲ ਲਾਤੀ ਹੈ। ਦੂਸਰੀ ਵਾਰ ਨੂੰ ਮੈਂ ਇਹ 3 ਕਨਾਲ ਨੂੰ 3 ਕਿੱਲਿਆਂ 'ਚ ਬਦਲ ਦੂੰਗਾ, ਕਿਉਂਕਿ ਮੇਰੇ ਕੋਲ ਇਹ ਬੀਜ ਹੈ, ਮੈਂ ਵੇਚਣਾ ਨਹੀਂਗਾ, ਮੈਂ ਬੀਜ ਹੀ ਬਣਾ ਕੇ ਰੱਖਣਾਗਾ ਤੇ ਮੈਂ ਵਧਾ ਦੂੰਗਾ। ਛੋਟਾ ਕਿਸਾਨ ਜਿਸ ਕੋਲੇ ਕਿੱਲਾ ਜਾਂ 2 ਕਿੱਲੇ ਜ਼ਮੀਨ ਹੈ, ਮੈਂ ਸਮਝਦਾ ਹਾਂ ਕਿ ਉਹ ਜੇ ਸਬਜ਼ੀ ਵਾਲੇ ਪਾਸੇ ਜਾਵੇ ਤਾਂ ਡੇਲੀ ਦਾ ਬਾਹਲਾ ਨਹੀਂ ਤਾਂ 200 ਤੋਂ 300 ਰੁਪਇਆ ਉਹ ਕਮਾ ਸਕਦਾ ਡੇਲੀ ਦਾ, ਐਵਰੇਜ ਪੱਕਾ ਪਊਗੀ। ਇਹ ਗੱਲ ਨਹੀਂ ਕਿ ਨਹੀਂ ਪੈਂਦੀਗੀ। ਜੇ ਉਹ 4 ਕਨਾਲਾਂ ਸਬਜ਼ੀ ਲਾਉਂਦਾ ਨਾ, ਉਹਦੇ ਨਾਲ ਉਹਦੇ ਘਰ ਦਾ ਨਿਰਵਾਹ ਹੋ ਸਕਦਾ ਹੈਗਾ। ਕਣਕ ਵੀ ਬੀਜੇ, ਚਲੋ ਜਿੰਨਾ ਝੋਨਾ ਦੂਸਰੀ ਖੇਤੀ ਵੀ ਬੀਜੇ, ਪਰ ਉਸ ਦੇ ਵਿੱਚ 4 ਕਨਾਲਾਂ ਜੇ ਨਾਲ ਸਬਜ਼ੀ ਦਾ ਕੰਮ ਵੀ ਕਰੇ ਤਾਂ ਬਿਹਤਰ ਹੈ। ਜੇ ਵੇਚਣ ਲਈ ਨਹੀਂ ਕਰਨਾ ਤਾਂ ਘੱਟੋ ਘੱਟ ਆਪਦੇ ਖਾਣ ਲਈ ਪ੍ਰਬੰਧ ਤਾਂ ਜ਼ਰੂਰ ਕਰੇ। ਤੁਸੀਂ ਆ ਮੇਰੇ ਦੇਖੋ, ਇੱਥੇ 2 ਕਨਾਲਾਂ ਜ਼ਮੀਨ ਹੈ ਮੇਰੀ ਛੱਡੀ ਹੋਈ, ਉਸ ਦੇ ਵਿੱਚ ਮੇਰੇ ਇਸ ਟਾਈਮ ਹਰ ਤਰ੍ਹਾਂ ਦੀ ਸਬਜ਼ੀ ਹੈਗੀ। ਅਸੀਂ ਜੇ ਇਸ ਟਾਈਮ ਅੱਜ ਦਾ ਜੋ ਰੇਟ ਆ, ਤੁਸੀਂ ਬਾਜ਼ਾਰ ਜਾਈਏ, ਜੇ 100 ਰੁਪਏ ਤੋਂ ਘੱਟ ਸਬਜ਼ੀ ਨਹੀਂ ਆਉਂਦੀ। ਜੇ 100 ਰੁਪਏ ਦਾ ਸਬਜ਼ੀ ਅਸੀਂ ਉੱਥੇ ਟ੍ਰੈਫਿਕ ਦੇ ਵਿੱਚ, ਸਾਨੂੰ ਰਿਸਕ ਵੀ, ਇੱਥੋਂ ਮੋਟਰਸਾਈਕਲ ਚੱਕ ਕੇ ਘਰੋਂ ਜਾਵਾਂਗੇ ਲੈਣ, 10-20 ਰੁਪਏ ਦਾ ਤੇਲ ਵੀ ਫੂਕ ਕੇ ਆਵਾਂਗੇ। ਕਿੱਥੇ ਮੈਂ ਇੱਥੋਂ ਸ਼ਾਮ ਨੂੰ ਜਾਂਦੇ ਹੋਏ ਇੱਥੋਂ ਤੋੜ ਕੇ ਸਬਜ਼ੀ ਲੈ ਜਾਣੀ ਹੈ। ਜੇ ਸਵੇਰ ਸਾਗ ਚਲਾ ਗਿਆਗਾ, ਸ਼ਾਮ ਨੂੰ ਇੱਥੋਂ ਮੂਲੀਆਂ ਲੈ ਕੇ ਜਾਊਂਗਾ, ਗਾਜਰ ਤਿਆਰ ਹੈ ਜੀ, ਅੱਜ ਮਟਰ ਲਾ ਰਹੇ ਹੈਗੇ ਥੋੜੇ ਵੱਟਾਂ ਦੇ ਉੱਪਰ, ਤੇ ਨਵੇਂ ਜਿਹੜੀ ਵੈਰਾਈਟੀ ਹੈ ਮੂਲੀ ਹੁਣ ਸਰਦੀ ਵਾਲੀ, ਪਹਿਲਾਂ ਗਰਮੀ ਵਾਲੀ ਲੱਗੀ ਸੀ, ਹੁਣ ਉਹ ਵੀ ਲਾ ਰਹੇ ਹੈ। ਕਹਿਣ ਤੋਂ ਮਤਲਬ ਜੇ ਆਪਾਂ ਐਵਰੇਜ 100 ਰੁਪਏ ਦੀ ਸਬਜ਼ੀ ਡੇਲੀ ਖਾਂਦੇ ਆ ਤਾਂ 36,000 ਰੁਪਇਆ, 365 ਦਿਨ ਹੁੰਦੇ ਆ, ਲਾ ਲਓ 36,000 ਰੁਪਏ ਦੀ ਅਸੀਂ ਬਚਤ ਕਰ ਸਕਦੇ ਹਾਂ। ਤੇ ਛੋਟੇ ਕਿਸਾਨ ਲਈ 36,000 ਰੁਪਇਆ ਕੋਈ ਥੋੜਾ ਨਹੀਂ ਹੁੰਦਾਗਾ। ਤੁਸੀਂ ਇੱਥੇ ਹੁਣ ਘੇਰੇ ਲੁੱਟ ਨਿਗਾਹ ਮਾਰ ਲਓ ਕਿ ਤੁਸੀਂ ਸਮਝ ਲਓ ਕਿ ਇਹ ਜਾਂ ਤਾਂ ਫਿਰ ਪੂਰੇ ਦੇ ਪੂਰੇ ਜਿਹੜੇ ਕਿਸਾਨ ਆ ਇਹ ਵੱਡੇ ਕਿਸਾਨ ਹੈ, ਤੇ ਜੇ ਅਸੀਂ ਕਹਿੰਦੇ ਕਿ ਛੋਟੇ ਕਿਸਾਨ ਵੀ ਹੈਗੇ ਆ, ਤੇ ਫਿਰ ਤੁਸੀਂ ਦੇਖੋਗੇ ਕਿਤੇ ਤੁਹਾਨੂੰ ਸਬਜ਼ੀ ਲੱਗੀ ਨਜ਼ਰ ਆਉਂਦੀ ਹੈਗੀ ਕਿਤੇ ਨਹੀਂ। ਤੁਸੀਂ ਜੈਤੋ ਤੋਂ ਚੱਲੇ ਹੋ, ਠੀਕ ਹੈ ਕਿ ਨਹੀਂ? ਇਸ ਪਾਸੇ ਸਾਨੂੰ ਮੁੜਨਾ ਪਊਗਾ, ਕਿਉਂਕਿ ਛੋਟੀਆਂ ਬਚਤਾਂ ਵੱਡੀ ਖੁਸ਼ੀ ਦਿੰਦੀਆਂ। ਕਈ ਯਾਰ ਡਾਕਖਾਨੇ ਵਾਲੇ ਵੀ ਇੱਕ ਮਸ਼ਹੂਰੀ ਕਰਦੇ ਹੁੰਦੇ ਆ, ਹਾਂ ਅੱਜ ਦੀ ਬਚਤ ਕੱਲ ਦੀ ਮੁਸਕਾਨ। ਹਾਂ, ਤੇ ਅਸੀਂ ਨਾ ਛੋਟੀਆਂ ਬਚਤਾਂ ਨਹੀਂ ਕਰਦੇ, ਮੁੜ ਕੇ ਅਸੀਂ ਪਰਾਲੀ ਸਾੜਨ ਵੇਲੇ ਅਸੀਂ ਬਚਤ ਕਰਨ ਲੱਗ ਜਾਂਦੇ ਹੈਗੇ ਕਿ ਅਸੀਂ ਸਾਡਾ ਬਚਤ ਹੋ ਜਾਊਗਾ। ਮੈਂ ਨਹੀਂ ਸਮਝਦਾ ਕਿ ਇਹ ਸਾਡੀ ਬਚਤ ਕੋਈ ਵਧੀਆ ਹੈ। ਤੇ ਬਚਤਾਂ ਕਰਨ ਲਈ ਸਾਡੇ ਕੋਲ ਹੋਰ ਬੜਾ ਕੁਛ ਹੈਗਾ। ਤੁਸੀਂ ਬ੍ਰਾਂਡਡ ਕੱਪੜਿਆਂ ਤੋਂ ਗੁਰੇਜ਼ ਕਰੋ। ਅੱਜ ਕੱਲ ਸਾਡੇ ਬੱਚੇ ਆ ਬ੍ਰਾਂਡਡ ਕੱਪੜਿਆਂ ਨਹੀਂ ਚਲੇ ਗਏ ਆ, ਬ੍ਰਾਂਡਡ ਬੂਟਾਂ ਨਹੀਂ ਚਲੇ ਗਏ ਹੈਗੇ। ਤੇ ਮੈਂ ਤਾਂ ਸਮਝਦਾ ਕਿ ਦੇਖੋ ਇਹ ਜਿਹੜੇ ਬ੍ਰਾਂਡਡ ਹੈ, ਇਹ ਇੱਕ ਉਹਨਾਂ ਦਾ ਨਾਮ ਵਿਕਦਾ ਹੈਗਾ। ਕੱਪੜਾ ਜਿਹੜਾ ਕੋਈ ਵੀ ਬਣਦਾ, ਜੀਨਸ ਦੀਆਂ ਪੈਂਟਾਂ ਬਣਦੀਆਂ, ਦੇਖੋ 15-15 20-20 ਹਜ਼ਾਰ ਤੱਕ ਦੇ ਬ੍ਰਾਂਡ ਪਏ ਹੈਗੇ, ਤੇ ਉਹ ਬਣਦੀ ਤਾਂ ਇਸੇ ਕਪਾਹ ਦੀ ਹੈ, ਇਸੇ ਖੇਤ ਦੀ ਬਣਦੀ ਹੈਗੀ। ਜੇ ਤੁਹਾਡੇ ਇਹ ਸਿੰਪਲ ਜੇ 500 ਵਾਲੀ ਪਾਈ ਹੈ, ਇਹ ਵੀ ਕਪਾਹ ਦੀ ਬਣੀ ਹੈ, ਤੇ ਜੇ 10,000 ਵਾਲੀ ਪਾਈ ਹੋਊਗੀ ਉਹ ਵੀ ਕਪਾਹ ਦੀ ਬਣੀ ਹੈਗੀ। ਇਹ ਸਾਨੂੰ ਸਮਝਣਾ ਪਊਗਾ। ਇਹ ਜਿਹੜੇ ਬ੍ਰਾਂਡਡ ਪ੍ਰੋਡਕਟ ਆ, ਅਸਲ 'ਚ ਨਾ ਵਪਾਰੀਆਂ ਦੀ ਦੇਣ ਹੈਗੀ, ਤੇ ਵਪਾਰੀ ਪਾਉਣ, ਜੋ ਕਮਾਉਂਦੇ ਆ ਬੇਤਹਾਸ਼ਾ ਪੈਸਾ ਉਹ ਪਾਈ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਸਾਡੇ ਜ਼ਿਮੀਂਦਾਰ ਭਰਾ ਵੀ ਨਾ ਇਸ ਪਾਸੇ ਚੱਲ ਪਏ ਆ, ਸਾਡੇ ਬੱਚੇ ਚੱਲ ਪਏ ਹੈਗੇ। ਤੇ ਫਿਰ ਦੇਖੋ ਜੀ, ਜੇ ਤੁਸੀਂ ਜ਼ਿਆਦਾ ਖਰਚਾ ਕਰਨਾ ਹੈ ਤਾਂ ਫਿਰ ਜ਼ਿਆਦਾ ਕਮਾਉਣਾ ਪਊਗਾ। ਫਿਰ ਜ਼ਿਆਦਾ ਕਮਾਉਣ ਲਈ ਤੁਹਾਨੂੰ ਰਸਤੇ ਅਪਣਾਉਣੇ ਪੈਣਗੇ। ਖੇਤੀ ਦੇ ਵਿੱਚੋਂ ਨਹੀਂ ਜ਼ਿਆਦਾ ਕਮਾਇਆ ਜਾ ਸਕਦਾ, ਖੇਤੀ ਦੇ ਵਿੱਚੋਂ ਤੁਹਾਡਾ ਜੀਵਨ ਨਿਰਵਾਹ ਹੀ ਹੋ ਸਕਦਾ ਹੈਗਾ। ਤੇ ਮੈਂ ਤਾਂ ਸਮਝਦਾ ਕਿ ਖੇਤੀ ਬਹੁਤ ਹੀ ਉੱਨਤ ਧੰਦਾ ਹੈ, ਮਾੜਾ ਧੰਦਾ ਨਹੀਂ। ਤੁਸੀਂ ਦੇਖੋ ਕਿ ਲੋਕਡਾਊਨ ਦੇ ਵਿੱਚ ਜੀਵਨ ਬਿਲਕੁਲ ਖੜ ਗਿਆ ਸੀ, ਪਰ ਕਿਸਾਨ ਦੀ ਫਸਲ ਉਸੇ ਤਰ੍ਹਾਂ ਵਿਕੀ, ਤੇ ਕਿਸਾਨ ਦਾ ਖਰਚਾ ਘਟ ਗਿਆ ਸੀ ਸਗੋਂ ਦੀ, ਤੇ ਫਸਲ ਦੇ ਉਹਨੂੰ ਵਧੀਆ ਮੁਨਾਫਾ ਮਿਲ ਗਿਆ ਹੈਗਾ। ਜੋ ਫਸਲ ਸੀਗੀ ਉਹਦੀ ਮੰਡੀ ਦੇ ਵਿੱਚ ਬਿਲਕੁਲ ਵਿਕ ਗਈ ਹੈਗੀ। ਤੇ ਖੇਤੀ ਵਧੀਆ ਧੰਦਾ ਹੈ, ਕੋਈ ਬੁਰਾ ਧੰਦਾ ਨਹੀਂਗਾ, ਪਰ ਜੇ ਤੁਸੀਂ ਤਰੀਕੇ ਨਾਲ ਚੱਲੋਗੇ। ਤੁਸੀਂ ਗੱਲ ਕੀਤੀ ਹੁਣੇ ਵੀ ਕਿਸਾਨੀ ਇੱਕ ਉੱਨਤ ਧੰਦਾ ਹੈ, ਹਾਂ, ਪਰ ਕਿਸਾਨੀ ਦਾ ਇੱਕ ਜਿਹੜਾ ਸਿਆਹ ਪੱਖ ਹੈ, ਜਿਹਨੂੰ ਕਹਿੰਦੇ ਆਪਾਂ, ਸਭ ਤੋਂ ਵੱਡਾ ਹੈ ਵੀ ਖੁਦਕੁਸ਼ੀਆਂ। ਉਹ ਪਤਾ ਨਹੀਂ ਕਰਜ਼ੇ ਕਾਰਨ ਵੀ ਹੋ ਜਾਂਦੀਆਂ, ਇਹ ਕਹਿ ਦਿੱਤਾ ਜਾਂਦਾ ਵੀ ਕਰਜ਼ਾ ਹੈ ਤਾਂ ਖੁਦਕੁਸ਼ੀਆਂ। ਤੁਸੀਂ ਇਹਨਾਂ ਬਾਰੇ ਕੀ ਆਪਣਾ ਦੇਖੋ ਜੀ, ਜਿਹੜਾ ਖੁਦਕੁਸ਼ੀ ਲਈ ਜ਼ਿੰਮੇਵਾਰ ਮੈਂ ਨਹੀਂ ਸਮਝਦਾ ਕਿ ਕੋਈ ਕਿਸਾਨੀ ਦਾ ਘਾਟਾ ਹੈਗਾ, ਠੀਕ ਹੈ ਕਿ ਨਹੀਂ? ਕਿਸਾਨੀ ਦੇ ਵਿੱਚ ਘਾਟਾ ਪੈ ਗਿਆ ਕਿਸੇ ਗੱਲ ਦੇ ਵਿੱਚ। ਖੁਦਕੁਸ਼ੀ ਕੁਦਰਤੀ ਵਰਤਾਰਾ ਹੈ, ਖੁਦਕੁਸ਼ੀਆਂ ਦੇ ਪਿੱਛੇ ਬਹੁਤ ਜ਼ਿਆਦਾ ਕਾਰਨ ਹੁੰਦੇ ਹੈਗੇ। ਤੇ ਠੀਕ ਹੈ, ਜਿਹੜੇ ਟਾਈਮ ਤੇ ਕੋਈ ਮੁੱਦਾ ਹਾਈਲਾਈਟ ਹੋਵੇ ਤੇ ਉਹ ਉਸ ਗੱਲ ਸਿਰ ਹੀ ਮੜ ਦਿੱਤਾ ਜਾਂਦਾ ਹੈ। ਹੁਣ ਕਿਸੇ ਵੀ ਤਰੀਕੇ ਨਾਲ ਕੋਈ ਜੇ ਮਰਦਾ ਹੈ ਤਾਂ ਮੇਰੇ ਵਰਗਾ ਵੀ ਕੋਈ ਕੜਾਮ ਚੌਧਰੀ ਬਣ ਕੇ ਜਦੋਂ 70 ਤੇ ਬੈਠਣ ਜਾਂਦਾ ਹੈ, ਕਹਿੰਦਾ ਯਾਰ ਇਹਦਾ ਲਿਖਾ ਦਿਓ ਕਿ ਇਹ ਕਰਜ਼ਾ ਚੜਿਆ ਸੀ ਤੇ ਸਿਰ ਤਾਂ ਖੁਦਕੁਸ਼ੀ ਕੀਤੀ ਹੈ, ਕੀ ਹੈ ਸਰਕਾਰ ਕੁਛ ਦੇ ਹੀ ਦੇਵੇ। ਅਕਸਰ ਮੈਂ ਇਹ ਸੱਥਰਾਂ ਦੇ ਉੱਪਰ ਗੱਲਾਂ ਹੁੰਦੀਆਂ ਦੇਖੀਆਂ ਹੈਗੀਆਂ ਕਿ ਮਰਨ ਦੇ ਕਾਰਨ ਕਈ ਦਫਾ ਹੋਰ ਹੁੰਦੇ ਆ, ਤੇ ਪਰ ਉਸ ਨੂੰ ਨਾ ਇਹ ਕਿਸਾਨੀ ਸੰਕਟ ਹੈ ਜਿਹੜਾ ਇਹਦੇ ਸਿਰ ਮੜਿਆ ਜਾਂਦਾ ਹੈਗਾ। ਤੇ ਪਰ ਮੈਂ ਸਮਝਦਾ ਕਿ ਜੇ ਚਲੋ ਕਰਜ਼ਾ ਚੜ ਵੀ ਗਿਆ, ਕਿਸਾਨੀ ਕਰਕੇ ਚੜ ਗਿਆ ਕਿ ਫਸਲਾਂ ਘੱਟ ਹੋਈਆਂ ਜਾਂ ਕੋਈ ਹੜ੍ਹ ਦੀ ਮਾਰ ਪੈ ਗਈ ਜਾਂ ਕੋਈ ਬਿਮਾਰੀ ਪੈ ਗਈ, ਤੇ ਫਿਰ ਖੁਦਕੁਸ਼ੀ ਕਰਨਾ ਤਾਂ ਕੋਈ ਚੰਗੀ ਗੱਲ ਨਹੀਂ ਗੀ। ਇਸ ਨੂੰ ਤੁਹਾਨੂੰ ਕਿਸੇ ਵੀ ਤਰੀਕੇ ਮੈਂ ਨਹੀਂ ਸਮਝਦਾ ਕਿ ਨਾ ਤਾਂ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਖੁਦਕੁਸ਼ੀ ਵਾਲੇ ਬੰਦੇ ਨੂੰ, ਤੇ ਨਾ ਹੀ ਸਮਾਜ ਨੂੰ ਸਪੋਰਟ ਕਰਨੀ ਚਾਹੀਦੀ ਹੈਗੀ।
ਤੁਸੀਂ ਜੀਵਨ ਹੈ, ਤੁਹਾਨੂੰ ਇੱਕ ਵਾਰ ਮਿਲਿਆਗਾ ਤੇ ਤੁਸੀਂ ਮੁਸੀਬਤਾਂ ਦਾ ਟੱਕਰਾ ਕਰੋ ਆਪਦੇ ਤਰੀਕੇ ਨਾਲ। ਪਿੱਛੇ ਜੇ ਵਰਤਾਰਾ ਹੋਇਆ ਤੁਹਾਡੇ ਬਠਿੰਡੇ, ਤੁਸੀਂ ਦੇਖਿਆ ਕਿ ਉਹ ਕਿੱਡਾ ਸੁੰਦਰ ਪਰਿਵਾਰ ਸੀਗਾ, ਦੋਨੇ ਮੀਆਂ ਬੀਬੀ, 2 ਬੱਚੇ ਕਿੱਡੇ ਸੋਹਣੇ ਆ। ਮੈਨੂੰ ਤਾਂ ਫੋਟੋ ਦੇਖ ਕੇ ਰੋਣ ਆਉਂਦਾ ਸੀ। ਤੇ ਦੇਖੋ, ਜੇ ਉਹਨੇ ਖੁਦਕੁਸ਼ੀ ਪਹਿਲੀ ਗੱਲ ਤਾਂ ਕਰਨੀ, ਮੈਂ ਕਹਿੰਦਾ ਕਿ ਬਹੁਤ ਹੀ ਬੁਰੀ ਗੱਲ ਹੈ। ਜੇ ਉਹਨੇ ਕਰਨੀ ਵੀ ਸੀ ਤਾਂ ਖੁਦ ਨਾਲ 2 ਬੱਚੇ, ਉਹਦੀ ਵਾਈਫ, ਤੇ ਦੇਖ ਕੇ ਬਾਕੀ ਦੂਸਰੇ ਨੰਬਰ ਤੇ ਮੁੜ ਕੇ ਅਗਲਾ ਨੋਟ ਲਿਖ ਦਿੰਦਾ ਕਿ 10 ਬੰਦੇ ਉਹ ਜ਼ਿੰਮੇਵਾਰ ਉਸਨੇ ਲਿਖ ਦਿੱਤੇ ਹੈ। ਦੇਖੋ ਜੀ, ਜਿਸਨੇ ਤੁਹਾਡੇ ਤੋਂ ਲੈਣਾ ਉਹ ਤਾਂ ਮੰਗੂਗਾ। ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ। ਕੋਈ ਨਿਮਰਤਾ ਨਾਲ ਮੰਗਦਾ ਹੈ, ਕਈ ਵਾਰ ਦੇਣ ਵਾਲਾ ਫੋਨ ਨਹੀਂ ਉਠਾਉਂਦਾਗਾ ਤੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਹਰਖ ਆਉਂਦਾ ਹੈਗਾ, ਗੁੱਸਾ ਆਉਂਦਾ ਹੈ ਕਿ ਮੇਰਾ ਫੋਨ ਵੀ ਨਹੀਂ ਉਠਾ ਰਿਹਾ। ਤੇ ਫਿਰ ਕਦੇ ਨਾ ਕਦੇ ਉਹ ਘਰੇ ਜਾ ਕੇ ਤੁਹਾਨੂੰ ਗਰਮ ਬੋਲ ਵੀ ਸਕਦਾ ਹੈ। ਉਹਦਾ ਅਧਿਕਾਰ ਹੈ, ਉਹਨੇ ਪੈਸੇ ਦਿੱਤੇ ਹੈ, ਉਹਨੇ ਮੰਗਣੇ ਹੈ। ਤੇ ਮੈਂ ਤਾਂ ਸਮਝਦਾ ਕਿ ਇਹ ਜਿਹੜੀ ਖੁਦਕੁਸ਼ੀ ਹੈ, ਇਹ ਸਮਾਜ ਦੇ ਵਿੱਚ ਬਹੁਤ ਟਾਈਮ ਪਹਿਲਾਂ ਤੋਂ ਚੱਲੀ ਆ ਰਹੀ ਹੈਗੀ। ਠੀਕ ਹੈ ਕਿ ਉਦੋਂ ਮੀਡੀਆ ਹੈ ਨਹੀਂ ਸੀ, ਉਦੋਂ ਇਹ ਗੱਲਾਂ ਨਹੀਂ ਇੰਨੀਆਂ ਬਾਹਰ ਆਉਂਦੀਆਂ ਸੀ, ਤੇ ਇਹ ਤਾਂ ਚੱਲਦੇ ਹੀ ਰਹਿੰਦੇ ਆ। ਬਹੁਤ ਖੁਸ਼ਹਾਲ ਪਰਿਵਾਰਾਂ ਦੇ ਵਿੱਚ ਵੀ ਖੁਦਕੁਸ਼ੀਆਂ ਹੁੰਦੀਆਂ। ਫਿਰ ਉੱਥੇ ਅਸੀਂ ਕੀ ਕਹਿ ਸਕਦੇ ਹਾਂ ਇਸ ਬਾਰੇ? ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਖੁਦਕੁਸ਼ੀਆਂ ਨੂੰ ਕਈ ਵਾਰੀ ਕਿਸਾਨੀ ਸੰਕਟ ਤੇ ਮੜ ਦਿੱਤਾ ਜਾਂਦਾ ਹੈਗਾ, ਬਿਲਕੁਲ ਮੜ ਦਿੱਤਾ ਜਾਂਦਾ ਹੈਗਾ। ਤੇ ਆਪਾਂ ਚਲੋ ਵਾਪਸ ਆਉਨੇ ਆ ਖੇਤੀ ਦੇ, ਜਿਹੜੇ ਬਦਲਵੀਂ ਖੇਤੀ ਹੈ, ਤੁਸੀਂ ਹੁਣ ਅੱਜ ਦੇ ਟਾਈਮ 'ਚ ਕਿੰਨਾ ਕੁ ਬਦਲਾਅ ਲਿਆਂਦਾ ਆਪਣੀ ਖੇਤੀ ਦੇ? ਦੇਖੋ ਜੀ, ਮੈਂ ਪਿਛਲੀ ਸਾਲ ਖੇਤੀ ਸਟਾਰਟ ਕੀਤੀ ਸੀ ਤੇ ਮੈਂ ਪਿਛਲੇ ਸਾਲ 18 ਕਿੱਲੇ ਜ਼ਮੀਨ ਦੇ ਵਿੱਚ ਖੇਤੀ ਸ਼ੁਰੂ ਕੀਤੀ ਸੀਗੀ। ਤੇ ਉਹ 18 ਦੇ ਵਿੱਚ ਮੈਂ 13 ਕਿੱਲੇ ਜ਼ਮੀਨ ਸੀਗੀ ਜਿਹੜੀ ਬਾਸਮਤੀ ਲਗਾਈ ਸੀ ਤੇ 5 ਕਿੱਲੇ ਜ਼ਮੀਨ ਸੀਗੀ ਜਿਹੜੀ ਦੂਸਰਾ ਝੋਨਾ ਲਗਾਇਆ ਸੀ। ਇਸ ਵਾਰ ਮੈਂ ਉਸ ਨੂੰ ਹੋਰ ਬਦਲਤਾ ਕਿ ਮੈਂ 3 ਕਿੱਲੇ ਨਰਮਾ ਕਰਤਾ, 4 ਕਿੱਲੇ ਬਾਸਮਤੀ ਤੇ 11 ਕਿੱਲੇ ਮੇਰਾ ਝੋਨਾ ਹੀ ਸੀਗਾ। ਠੀਕ ਹੈ ਕਿ ਨਹੀਂ? ਅਗਲੀ ਵਾਰ ਤੋਂ ਮੇਰਾ ਪਲਾਨ ਇਹ ਹੈ ਕਿ ਇਕੱਲਾ ਝੋਨਾ ਹੀ ਨਹੀਂ ਘਟਾਉਣਾਗਾ, ਨਾਲ ਕਣਕ ਵੀ ਘਟਾਵਾਂਗੇ ਕਿ ਜੋ ਸਿਆਲ ਦੇ ਵਿੱਚ ਹੋਣ ਵਾਲੀਆਂ ਫਸਲਾਂ ਹਾੜੀ ਦੀਆਂ ਬੀਜੀਆਂ ਜਾਂਦੀਆਂ ਉਹਦੇ ਵਿੱਚ ਵੀ ਬਦਲਾਅ ਲਿਆਵਾਂਗੇ। ਕੋਸ਼ਿਸ਼ ਕਰੂੰਗਾ ਆਲੂ ਤੇ ਗੰਢੇ ਤੇ ਲਸਣ ਇਸ ਨੂੰ ਵੱਧ ਤੋਂ ਵੱਧ ਲਾਉਣ ਦੀ। ਇਹ ਮੇਰਾ 6 ਕਿੱਲੇ ਜ਼ਮੀਨ ਹੈ ਤੇ ਕੋਸ਼ਿਸ਼ ਮੇਰੀ ਅਗਲੀ ਵਾਰ ਨੂੰ ਹੋਊਗੀ ਕਿ 6 ਕਿੱਲਿਆਂ ਦੇ ਵਿੱਚ ਮੈਂ ਕਣਕ ਨਾ ਬੀਜਾਂ। ਤੇ ਅਗਲੀ ਵਾਰ ਨੂੰ ਮੈਂ ਨਰਮਾ ਵੀ ਹੋਰ ਵਧਾ ਰਿਹਾਗਾ। ਤੇ ਇਸ ਤਰ੍ਹਾਂ ਸਟੈਪ ਬਾਈ ਸਟੈਪ ਇੱਕ ਨਾਲ ਸਮਾਜ ਤੋਂ ਤੁਹਾਨੂੰ ਕਿਤੇ ਨਾ ਕਿਤੇ ਇਹ ਵੀ ਡਰ ਰਹਿੰਦਾ ਹੈ ਕਿ ਨਵੀਂ ਖੇਤੀ ਕੀਤੀ ਹੈ। ਅੱਜ ਕੱਲ੍ਹ ਨਾ ਜਦ ਤੁਸੀਂ ਸੱਥ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉਤਸ਼ਾਹਿਤ ਕਰਨ ਦੀ ਬਜਾਏ ਤੁਹਾਨੂੰ ਮਜ਼ਾਕ ਕੀਤੇ ਜਾਂਦੇ ਜੇ ਤੁਹਾਡੀ ਫਸਲ ਮਾੜੀ ਰਹਿ ਜੇ। ਇਹ ਬੜਾ ਵੱਡਾ ਕਿਸਾਨ ਆਇਆ ਸੀ ਤੇ ਇਹਨੇ ਆਹ ਫਸਲ ਬੀਜੀ ਸੀ ਤੇ ਘੱਟ ਹੋਈ। ਅਗਲਾ ਇਹ ਤਾਂ ਸੋਚਦਾ ਨਹੀਂ ਕਿ ਇਸ ਦੀ ਚੀਜ਼ ਹੈ, ਇਸ ਨੂੰ ਘੱਟ ਹੋ ਗਈ ਜਾਂ ਵੱਧ ਹੋ ਗਈ, ਇਸੇ ਦਾ ਹੀ ਫਾਇਦਾ ਹੈ। ਪਰ ਉਹ ਫਿਰ ਤੁਹਾਨੂੰ ਪਤਾ ਕਿ ਟਰੋਲ ਬਣਾਏ ਜਾਂਦੇ ਆ ਕਿ ਇਹਨੂੰ ਸ਼ਾਇਦ ਕਰਨਾ ਨਹੀਂ ਆਉਂਦਾ ਗਾ। ਹੁਣ ਮੈਨੂੰ ਵੀ ਕਹਿੰਦੇ ਸੀ ਪਿਛਲੀ ਵਾਰ ਮੈਂ ਇੱਥੇ ਜਦੋਂ ਬੀਜੀ MB ਪਲੋਹਾ ਲੈ ਗਏ, ਜੋ ਕਿ ਜਿਹੜਾ ਇਹ ਆਪਣਾ ਹੁੰਦਾ ਹੈਗਾ ਲਾਨ ਹੁੰਦਾ ਹੈਗਾ ਝੋਨੇ ਦਾ, ਉਹਨੂੰ ਵਿੱਚ ਹੀ ਦੱਬ ਦਿੰਦੇ ਆ। ਤੇ ਉੱਥੇ ਮੇਰਾ ਲਾਸ ਵੀ ਪਿਆ ਮੈਨੂੰ। ਪਰ ਲੋਕ ਆ ਕੇ ਇੱਥੇ ਮੇਰੇ ਵੱਲ ਹੱਸਦੇ ਸੀਗੇ ਕਿ ਇਹ ਕੀ, ਇਹਦੇ ਕੋਲੇ 2 ਰੁਪਏ ਹੈਗੇ ਤੇ ਇਹ ਜਾਣ ਕੇ ਐਂ ਕਰ ਰਿਹਾ ਹੈਗਾ। ਉਹ ਇਹ ਨਹੀਂ ਸੋਚ ਰਹੇ ਸੀ ਕਿ ਚੱਲ ਕਿਤੇ ਨਾ ਕਿਤੇ ਇੱਕ ਬੰਦਾ ਤਾਂ ਘਟਿਆ ਕਿ ਜਿਹੜਾ ਅੱਗ ਨਹੀਂ ਲਾਉਂਦਾ। ਹਾਂ, ਐਪਰੀਸ਼ੀਏਟ ਕਰਨ ਦੀ ਬਜਾਏ ਤੁਹਾਨੂੰ ਮਜ਼ਾਕ ਕੀਤੇ ਜਾਂਦੇ ਹੈਗੇ। ਤੁਸੀਂ ਬਦਲਵੀਂ ਖੇਤੀ ਦੀ ਗੱਲ ਤਾਂ ਕਰ ਰਹੇ ਹੋ, ਪਰ ਕਿਸਾਨ ਹਮੇਸ਼ਾ ਇਹ ਕਹਿੰਦੇ ਆ ਵੀ ਅਸੀਂ ਉਹੀ ਬੀਜ ਸਕਦੇ ਹਾਂ ਜਿਹੜਾ ਸਰਕਾਰ ਖਰੀਦਦੀ ਹੈ। ਹਾਂਜੀ। ਬਹੁਤ ਸਾਰੀਆਂ ਫਸਲਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਵੀ ਉਹ ਜਦੋਂ ਕਿਸਾਨ ਮੰਡੀ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਖਰੀਦੀਆਂ ਹੀ ਨਹੀਂ ਜਾਂਦੀਆਂ। ਹਾਂਜੀ। ਤੁਸੀਂ ਇਸ ਚੀਜ਼ ਨੂੰ ਟੈਕਲ ਕਿਵੇਂ ਕਰੋਗੇ? ਦੇਖੋ ਜੀ, ਮੈਂ ਤਾਂ ਇਹ ਸਮਝਦਾ ਕਿ ਖਾਸ ਕਰ ਮੈਂ ਭਾਰਤ ਬਾਰੇ, ਆਪਾਂ ਭਾਰਤ 'ਚ ਰਹਿੰਦੇ ਹਾਂ, ਭਾਰਤ ਬਾਰੇ ਹੀ ਗੱਲ ਕਰੀਏ ਕਿ ਜਿਹੜਾ ਸਰਕਾਰਾਂ ਹੈ ਨਾ, ਸਰਕਾਰਾਂ ਦਾ ਗਠਨ ਹੈ ਜਿਹੜਾ, ਇਹ ਲੁੱਟਣ ਲਈ ਹੁੰਦਾ ਹੈਗਾ, ਨਾ ਕਿ ਸਮਾਜ ਦਾ ਕੋਈ ਭਲਾ ਕਰਨ ਲਈ। ਤੇ ਇਹ ਗੱਲ ਨੂੰ ਜਿੱਡੀ ਛੇਤੀ ਅਸੀਂ ਸਮਝ ਜਾਾਂਗੇ ਉਦਾਂ ਹੀ ਸਾਡਾ ਫਾਇਦਾ ਹੈਗਾ। ਸਾਨੂੰ ਆਪਦੀਆਂ ਜਿਹੜੀਆਂ ਸਮੱਸਿਆਵਾਂ ਆਪ ਹੀ ਸੁਲਝਾਉਣੀਆਂ ਪੈਣਗੀਆਂ। ਸਰਕਾਰਾਂ ਨੇ ਸਮੱਸਿਆਵਾਂ ਪੈਦਾ ਕਰਨੀਆਂ ਹੁੰਦੀਆਂ, ਨਾ ਕਿ ਸੁਲਝਾਉਣੀਆਂ ਹੁੰਦੀਆਂ। ਮੈਨੂੰ ਵੀ ਪਤਾ MSP ਇਹ ਦੇ ਦਿੰਦੇ ਆ ਪਰ ਖਰੀਦਦੇ ਨਹੀਂ MSP ਤੇ। ਇਹ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਚੀਜ਼ ਦੀ ਮਾਰਕੀਟ ਦੇ ਵਿੱਚ ਡਿਮਾਂਡ ਹੈ ਤੇ ਅਸੀਂ ਉਹ ਚੀਜ਼ ਬੀਜੀਏ। ਅਸੀਂ ਹੁਣ ਇਹ ਹੈ ਕਿ ਕਣਕ ਝੋਨੇ ਦੀ ਜਿਹੜੀ ਖੇਤੀ ਹੈ ਬਹੁਤ ਹੀ ਆਸਾਨ ਖੇਤੀ ਹੈ। ਦੇਖੋ, ਇੱਕ ਵਾਰ ਬੀਜ ਤਾਂ ਮੁੜ ਕੇ ਤੁਸੀਂ, ਹੁਣ ਮੇਰੀ ਵੀ ਤੁਸੀਂ ਦੇਖ ਰਹੇ ਹੋ ਇੱਥੇ ਪੋਜੀਸ਼ਨ, ਮੈਂ ਟੌਰ ਨਾਲ ਪਿਆਗਾ, ਬਹੁਤ ਵਧੀਆ ਮਾਹੌਲ ਹੈ, ਕੋਈ ਮੇਰੇ ਤੇ ਕੋਈ ਇੰਨਾ ਕੋਈ ਹੈ ਨਹੀਂ ਹੈ। ਕੋਈ ਕਣਕ ਬੀਜਤੀ ਇੱਥੇ ਮੈਂ ਆਪਦੀ ਖੁਸ਼ੀ ਨੂੰ ਹੋਣਾ, ਕੋਈ ਕੰਮ ਧੰਦਾ ਨਹੀਂ ਹੈ ਬਿਲਕੁਲ। ਇਸ ਖੇਤੀ ਦੇ ਵਿੱਚ ਬਿਲਕੁਲ ਵੀ ਕੰਮ ਨਹੀਂ ਗਾ। ਪਰ ਜਿਹੜੀ ਸਬਜ਼ੀ ਦੀ ਖੇਤੀ ਹੈ ਨਾ, ਉਸ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਹੈਗਾ। ਸਵੇਰ ਜਲਦੀ ਉੱਠ ਕੇ ਬਾਜ਼ਾਰ ਦੇ ਵਿੱਚ ਲਿਜਾਣੀ ਪੈਂਦੀ ਹੈਗੀ ਤੇ ਸ਼ਾਮ ਨੂੰ, ਦਿਨੇ ਉਹਦੇ ਗੋਡੀ ਦਾ ਟਾਈਮ ਹੁੰਦਾ ਗਾ, ਸ਼ਾਮ ਨੂੰ ਉਹਨੂੰ ਤੋੜਨਾ ਹੈਗਾ ਸਬਜ਼ੀ ਨੂੰ। ਬਹੁਤ ਹੀ ਔਖਾ ਧੰਦਾ ਸਬਜ਼ੀ ਦਾ, ਪਰ ਮੁਨਾਫਾ ਵੀ ਬੜਾ ਹੈ। 1 ਕਿੱਲੇ ਦੇ ਵਿੱਚੋਂ 3 ਤੋਂ 4 ਲੱਖ ਦੀ ਵੀ ਹੁੰਦੀ ਹੈਗੀ ਸਬਜ਼ੀ।
ਮੇਰਾ ਰਿਕਾਰਡ ਹੈ ਇਸ ਗੱਲ ਦਾ। ਮੈਂ ਖੁਦ ਤਾਂ ਖੇਤੀ ਨਹੀਂ ਕਰਦਾ, ਮੇਰੇ ਸਬਜ਼ੀ ਦੀ ਐਤਕੀ ਸ਼ੁਰੂ ਕੀਤੀ ਹੈ। ਮੇਰੇ ਇੱਕ ਜ਼ਮੀਨ ਟਿੱਬੀ ਸਾਹਿਬ ਦੇ ਨਾਲ ਹੈਗੀ, ਉੱਥੇ ਮਾਲੀ ਰਹਿੰਦੇ ਆ, ਜਾਣੀ ਕਿ ਯੂਪੀ ਤੋਂ ਆ ਕੇ ਲੋਕ, ਲਗਭਗ ਉਸ ਏਰੀਆ ਦੇ ਵਿੱਚ ਸਾਰੇ 'ਚ ਹੀ ਮਾਲੀ ਰਹਿੰਦੇ ਆ। ਤੇ ਮੈਂ ਹਿਸਾਬ ਕਿਤਾਬ ਕਰਦਾ, ਉਹਨਾਂ ਕੋਲੇ ਠੇਕੇ ਤੇ ਵੀ ਹੁੰਦੀ ਹੈ, ਹਿੱਸੇ ਤੇ ਵੀ ਰਹੀ ਹੈ ਪਹਿਲਾਂ ਜ਼ਮੀਨ। ਇੱਕ ਕਿੱਲੇ ਦੇ ਵਿੱਚੋਂ 3-3 ਲੱਖ ਰੁਪਏ ਦੀ ਫਸਲ ਹੁੰਦੀ ਹੈ। ਤੁਹਾਨੂੰ ਅੱਜ ਤੋਂ ਮੈਂ ਇੱਕ 20 ਸਾਲ ਪੁਰਾਣੀ ਗੱਲ ਸੁਣਾਉਣਾ ਹੈ ਕਿ ਨਾਲ ਇੱਕ ਜ਼ਮੀਨ ਸੀ ਤੇ ਉਹ 80,000 ਰੁਪਏ 'ਚ ਅਸੀਂ ਗਹਿਣੇ ਲੈ ਲਈ ਤੇ ਅਸੀਂ ਉਹ ਮਾਲੀ ਨੂੰ ਹਿੱਸੇ ਤੇ ਦੇਤੀ ਉਹ ਜ਼ਮੀਨ। ਉਹ ਮਾਲੀ ਨੇ ਸਾਨੂੰ 80,000 ਰੁਪਇਆ ਇੱਕ ਸਾਲ ਦੇ ਵਿੱਚ ਵਾਪਸ ਕਰਤਾ ਸਬਜ਼ੀ ਚ। ਹਾਂ, ਉਸ ਤੋਂ ਬਾਅਦ ਅਸੀਂ ਹੈਰਾਨ ਹੋ, ਹਾਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈਗੀ। 80,000 ਦੇ ਵਿੱਚ ਅਸੀਂ ਜ਼ਮੀਨ ਉਹ ਲਈ ਸੀਗੀ, ਜਾਣੀ ਕਿ ਗਹਿਣੇ। ਤੇ ਉਸ ਜ਼ਮੀਨ ਦੇ ਵਿੱਚ ਮੋਟਰ ਸੀ, ਸਾਡੀ ਜ਼ਮੀਨ ਦੇ ਵਿੱਚ ਪਾਣੀ ਦਾ ਕੋਈ ਸਾਧਨ ਹੈ ਨਹੀਂ ਸੀਗਾ ਤੇ ਅਸੀਂ ਉੱਥੋਂ ਪਾਣੀ ਲਾਉਂਦੇ ਹੁੰਦੇ ਸੀ। ਵੈਸੇ ਤਾਂ ਉੱਥੇ ਡਿਸਪੋਜ਼ਲ ਦਾ ਪਾਣੀ ਲੱਗਦਾ ਹੈ, ਪਰ ਫਿਰ ਵੀ ਕਦੇ ਗਰਮੀ 'ਚ ਦਿੱਕਤ ਆ ਜਾਂਦੀ ਸੀ। ਅਸੀਂ ਹੈਰਾਨ ਰਹੇ ਕਿ ਇੰਨਾ ਮੁਨਾਫਾ ਹੈ ਸਬਜ਼ੀ ਦੇ ਵਿੱਚ। ਤੇ ਪਰ ਸਾਡੇ ਲੋਕ ਦੇਖੋ ਕਿ ਜ਼ਿਮੀਂਦਾਰ ਔਖਾ ਨਹੀਂ ਹੋਣਾ ਚਾਹੁੰਦਾ ਹੈਗਾ। ਹੁਣ ਦੇਖੋ ਕਿ ਕਣਕ ਬੀਜ ਕੇ ਸਾਰੇ ਸੱਥਾਂ 'ਚ ਹੋਣਗੇ ਤੇ ਜਿੱਥੇ ਕੰਮ ਕੋਈ ਜ਼ਿਆਦਾ ਹਾਰਡ ਵਰਕ ਨਹੀਂ, ਉੱਥੇ ਮੁਨਾਫਾ ਘੱਟ ਹੋਊਗਾ ਜੀ। ਇਹ ਸਾਨੂੰ ਸਮਝਣਾ ਪਊਗਾ। ਜੇ ਅਸੀਂ ਮੁਨਾਫਾ ਵੱਧ ਚਾਹੁੰਦੇ ਆ ਤਾਂ ਸਾਨੂੰ ਹੋਰ ਧੰਦੇ ਅਪਣਾਉਣੇ ਪੈਣਗੇ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਆਪਣੇ ਜੈਤੋ ਤੇ ਹੀ ਲਾ ਲਓ ਕਿ ਜੈਤੋ ਦੇ ਵਿੱਚ ਜੋ ਅੱਜ ਕੱਲ੍ਹ ਫਾਸਟ ਫੂਡ ਦੀਆਂ ਰੇਹੜੀਆਂ, ਉਹ ਜਿੰਨੀ ਵੀ ਸਨਅਤ ਆ ਉਹਦੇ ਉੱਪਰ ਬਿਹਾਰੀ ਅਤੇ ਆਪਣੇ ਯੂਪੀ ਵਾਲੇ ਭਰਾ ਹੈ ਉਹਨਾਂ ਦਾ ਕਬਜ਼ਾ ਹੈਗਾ, ਠੀਕ ਹੈ ਕਿ ਨਹੀਂ। ਕਹਿਣ ਤੋਂ ਮਤਲਬ ਇਹ ਹੈ ਕਿ ਉਸ ਬਿਜ਼ਨਸ ਦੇ ਉੱਪਰ ਸਾਰਾ ਉਹਨਾਂ ਦੇ ਥੱਲੇ ਹੀ ਹੈ, ਉਹੀ ਕਰਦੇ ਹੈਗੇ। ਬਹੁਤ ਚੰਗੀ ਗੱਲ ਹੈਗੀ, ਆਪਾਂ ਨੂੰ ਉਹਨਾਂ ਨਾਲ ਕੋਈ ਈਰਖਾ ਨਹੀਂ ਗੀ। ਪਰ ਉਹ ਬਿਜ਼ਨਸ ਸਾਡੇ ਪੰਜਾਬੀ ਲੋਕ ਕਿਉਂ ਨਹੀਂ ਕਰਦੇਗੇ? ਕਿਉਂਕਿ ਸਾਡਾ ਜਿਹੜਾ ਕਲਚਰ ਹੈ ਨਾ, ਸਾਡੇ ਇੱਥੇ ਕੰਮ ਨੂੰ ਨਾ ਜਾਤਾਂ 'ਚ ਵੰਡਿਆ ਗਿਆ। ਇਹ ਸਾਡੀ ਵੱਡੀ ਸਮੱਸਿਆ। ਕੰਮ ਨੂੰ ਜਿੰਨਾ ਚਿਰ ਅਸੀਂ ਜਾਤਾਂ ਚੋਂ ਬਾਹਰ ਨਹੀਂ ਕੱਢਦੇ ਉਹਨਾਂ ਚਿਰ ਕਾਮਯਾਬੀ ਨਹੀਂ ਹੋ ਸਕਦੀ। ਅਸੀਂ ਅਮਰੀਕਾ ਕੈਨੇਡਾ ਦੀਆਂ ਗੱਲਾਂ ਤਾਂ ਕਰੀ ਜਾਂਦੇ ਆ, ਪਰ ਉੱਥੇ ਕੰਮ ਹੈ ਜਿਹੜੇ ਜਾਤ ਨਾਲ ਨਹੀਂ ਜੋੜੇ ਗਏਗੇ। ਇੱਥੇ ਜੱਟ ਕਹਿੰਦੇ ਆ ਕਿ ਜੱਟ ਸਿਰਫ ਖੇਤੀ ਕਰ ਸਕਦਾ, ਹੋਰ ਨਹੀਂ ਕਰਨੀ ਗੀ ਜੱਟ ਨੇ, ਹੋਰ ਕੋਈ ਕੰਮ ਨਹੀਂ ਕਰਨਾ। ਦੇਖੋ ਜੀ, ਜੱਟ ਹੈ, ਜ਼ਿਮੀਂਦਾਰ ਹੈ ਜਿਹੜਾ, ਉਹ ਜ਼ਮੀਨ ਨਾਲ ਹੈ। ਜਦੋਂ ਤੁਹਾਡੇ ਕੋਲ ਜ਼ਮੀਨ ਦਾ ਟੋਟਾ ਛੋਟਾ ਰਹਿ ਗਿਆ ਜਾਂ ਹੈ ਨਹੀਂ, ਤਾਂ ਉਦੋਂ ਤੁਹਾਨੂੰ ਮੰਨਣਾ ਪਊਗਾ ਕਿ ਅਸੀਂ ਹੁਣ ਜ਼ਿਮੀਂਦਾਰ ਨਹੀਂ ਰਹੇ ਤੇ ਅਸੀਂ ਸ਼ਹਿਰ ਦੇ ਵਿੱਚ ਕੋਈ ਹੋਰ ਕਿੱਤੇ ਵੱਲ ਚਲੇ ਜਾਈਏ ਤਾਂ ਸਾਡਾ ਜੀਵਨ ਨਿਰਵਾਹ ਵਧੀਆ ਹੋ ਜੂ। ਜੇ ਹੁਣ ਇੱਕ ਕਿੱਲੇ ਜ਼ਮੀਨ ਵਾਲਾ ਵੀਰ ਜੀ 10 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ 70,000 ਨੂੰ ਠੇਕਾ, 7 ਲੱਖ ਰੁਪਏ ਦਾ ਰਿਸਕ ਲੈਂਦਾ ਹੈ, ਫਿਰ ਉਹਦੇ 'ਚ ਸਰਕਾਰ ਦਾ ਕੀ ਦੋਸ਼ ਹੈ ਜਾਂ ਸਮਾਜ ਦਾ ਉਹਦੇ 'ਚ ਕੀ ਦੋਸ਼ ਹੈ? ਐਡਾ ਵੱਡਾ ਜੂਆ, ਹੁਣ ਜਿੱਡੀ ਕਿ ਤੁਹਾਡੀ ਔਕਾਤ ਹੈ ਜੂਆ ਉਹਨਾਂ ਕੀ ਖੇਡੋ ਨਾ, ਇਹ ਥੋੜਾ ਕਿ ਵੱਡਾ ਰਿਸਕ ਲਓ। ਪ੍ਰਗਟ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਈਆਂ ਜਿਹੜੀਆਂ ਕਿ ਹੋ ਸਕਦਾ ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਵੀ ਜੇ ਕੋਈ ਉਹ ਅਪਣਾ ਲੇ ਤਾਂ ਉਹਨਾਂ ਦੀ ਬਦਲ ਸਕਦੀ ਹੈ। ਤੇ ਸਾਡੇ ਚੈਨਲ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ।